जैसा बालक भाए सो भाई, लख अपराध कमावै। कर उपदेश झिड़के बहु भांति, बहुड़ पिता कल लावै। पिछले अवगन बख्श लय प्रभ, आगे मार्ग पावै। हर की वडियाई देखो संतहो, हर ने माणिया मान दिवाए। ज्यों धरती चरण तलै ते ऊपर आवह, त्यों नानक साध जना जगत आन सब पैरी पाहे। मुख उचरह शास्त्र खट, पिंग गिरन चढ़ जाए। अंध लखै बदरो सुनै, जो काल कृपा कराए। बेसुमार अथाह अगनत अतुलै, ज्यों बुलावहो त्यों नानक दास बुलै। बेसुमार अथाह अगनत अतुलै, ज्यों बुलावहो त्यों नानक दास बुलै। वाहिगुरु जी का खालसा, वाहिगुरु जी की फतेह। पतित पावन भगत वत्सल, अंतरजामी करुणा निधान गुरु गरीब नवाज, कलयुग के तारणहारे शब्द गुरु, दसाहें पातशाहियों के आत्मिक स्वरूप जुगो जुग अटल। धन धन सतगुरु श्री गुरु ग्रंथ साहिब महाराज सच्चे पातशाह जी दे पावन पवित्र हजूरी अंदर जुड़ बैठे गुरु खालसा साध संगत जीओ। सतगुरु जी की महान बख्शिश का सदका अमृत वेले तो महाराज साहब जी की पावन हजूरी अंदर दीवान सजे सन। सजे हो दीवाना अंदर अमृतमय पावन गुरबाणी दे जाप,
ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰਨ ਲਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਹਰ ਤੇਰਾ ਸਭ ਸਭ ਤੁਧ ਪਾਏ ਰਾਮ ਰਾਜੇ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੰਤਾਂ ਦੀ ਬਾਣੀ ਅੰਦਰ ਆਸਾ ਰਾਗ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਕਾਲ ਪੁਰਖ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਬਖਸ਼ਿਸ਼ ਕਰ ਰਹੇ ਹੈ। ਇਹ ਪ੍ਰਮਾਤਮਾ ਜਿਤਨੇ ਵੀ ਲੁਕਾਈ ਦੇ ਜੀਵ ਜੰਤੂ ਹਨ ਸਭ ਪਰਮੇਸ਼ਰ ਆਪ ਜੀ ਦੇ ਬਣਾਏ ਹੋਏ ਨੇ। ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਆਪ ਨੇ ਮਹਾਰਾਜ ਪੈਦਾ ਕੀਤਾ। ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ। ਹੇ ਰਮੇ ਹੋਏ ਪਰਮੇਸ਼ਰ ਜੀ, ਸਭ ਕੁਝ ਆਪ ਜੀ ਨੇ ਹੀ ਸੰਸਾਰ ਦੇ ਅੰਦਰ ਉਤਪੰਨ ਕੀਤਾ ਹੈ। ਪਰ ਬੇਸਬਜ ਮਨੁੱਖ ਇਉਂ ਪ੍ਰਤੀਤ ਕਰਦਾ ਕਿ ਸਭ ਕੁਝ ਮੇਰਾ ਹੈ। ਧਨ ਪਦਾਰਥ ਮੇਰੇ ਹਨ, ਪਰਿਵਾਰ ਮੇਰਾ ਹੈ, ਜ਼ਮੀਨਾਂ ਜਾਇਦਾਦਾਂ ਸਭ ਕੁਝ ਮੇਰੇ ਹਨ। ਪਰ ਵਾਸਤਵ ਦੇ ਵਿੱਚ ਹੈ ਅਕਾਲ ਪੁਰਖ ਪਰਮਾਤਮਾ ਜੀ ਦਾ ਹੀ ਪੈਦਾ ਕੀਤਾ ਔਰ ਜੀਵ ਨੂੰ ਜੋ ਕੁਝ ਵੀ ਜ਼ਿੰਦਗੀ ਵਿੱਚ ਪ੍ਰਾਪਤ ਹੋਇਆ ਸਭ ਕੁਝ ਪਰਮਾਤਮਾ ਦਾ ਹੈ। ਹਜੂਰ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਜਦੋਂ ਤੱਕ ਇਹ ਮਨੁੱਖ ਮੇਰ ਤੇਰ ਕਰਦਾ ਰਹਿੰਦਾ ਉਦੋਂ ਤੱਕ ਕਦਾਚਿਤ ਵੀ ਇਸ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਤੱਕ ਮੈਂ ਮੇਰੀ ਵਿੱਚ ਲੱਗਾ ਰਹਿੰਦਾ ਉਦੋਂ ਤੱਕ ਤਾਂ ਕਾਰਜ ਵੀ ਕੋਈ ਸਫਲ ਨਹੀਂ ਹੋ ਸਕਦਾ। ਉਦੋਂ ਤੱਕ ਪਰਮਾਰਥ ਦੇ ਰਸਤੇ ਤੇ ਚੱਲ ਕੇ ਕਦੇ ਪਰਮੇਸ਼ਰ ਨੂੰ ਵੀ ਨਹੀਂ ਪਾ ਸਕਦਾ। ਜਦੋਂ ਮੈਂ ਮੇਰੀ ਮਿਟ ਜਾਂਦੀ ਹੈ ਤਾਂ ਪਰਮਾਤਮਾ ਆਪ ਹੀ ਜੀਵ ਦੇ ਕਾਰਜ ਸਵਾਰ ਦਿੰਦਾ ਹੈ। ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹਿ ਸਰੈ। ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ। ਜਦੋਂ ਮੈਂ ਮੇਰੀ ਛੱਡ ਕੇ ਤੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਬੇਨਤੀਆਂ ਕਰਦਾ ਹੈ, ਪਰਮਾਤਮਾ ਸਭ ਕੁਝ ਤੁਹਾਡਾ ਬਖਸ਼ਿਸ਼ ਕੀਤਾ ਹੈ। ਹੇ ਮਹਾਰਾਜ, ਸਭ ਥਾਵਾਂ ਤੇ ਆਪ ਹੀ ਵਰਤਣ ਵਾਲੇ ਹੋ। ਪਰਮਾਤਮਾ ਤੁਹਾਡਾ ਹੀ ਸਰੂਪ ਸਰਬ ਥਾਵਾਂ ਤੇ ਵਿਆਪਕ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕੇ ਜਦੋਂ ਪਰਮੇਸ਼ਰ ਨੂੰ ਯਾਦ ਕਰਦਾ ਤੇ ਹਜੂਰ ਕਹਿੰਦੇ ਹਨ ਜੀਵ ਫਿਰ ਸੁਤੇ ਸਿੱਧ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜੇ ਕਿਤੇ ਰਾਈ ਮਾਤਰ ਵੀ ਮਨ ਦੇ ਵਿੱਚ ਹਉਮੈ ਦੀ ਬਦਬੂ ਰਹਿ ਜਾਵੇ ਤਾਂ ਵੀ ਪਰਮਾਤਮਾ ਦੀ ਪ੍ਰਾਪਤੀ ਤੋਂ ਸਖਣਾ ਰਹਿ ਜਾਂਦਾ, ਤਾਂ ਵੀ ਜੰਮਣ ਤੇ ਮਰਨ ਦਾ ਕਾਰਨ ਬਣ ਜਾਂਦਾ। ਪਰ ਜਦੋਂ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਕਰ ਦਿੰਦਾ, ਜੀਵ ਦਾ ਹਿਰਦਾ ਸ਼ੁੱਧ ਹੋ ਜਾਂਦਾ ਪਰਮਾਤਮਾ ਦਾ ਸਿਮਰਨ ਕਰ ਕਰਕੇ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰ ਕਰਕੇ, ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਹੋਇਆ ਹਿਰਦੇ ਦੀ ਨਿਰਮਲਤਾਈ ਜਦੋਂ ਪ੍ਰਾਪਤ ਹੋ ਜਾਂਦੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਸਰੂਪ ਪਰਮਾਤਮਾ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਹੀ ਪਰਮਾਤਮਾ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਾ ਸਭ ਤੇ ਕਿਆ ਲਾਗੈ ਮੇਰਾ। ਸਾਧ ਸੰਗਤ ਜੀ, ਬਹੁਤ ਸੰਸਾਰ ਭਰ ਦੇ ਅੰਦਰ ਰਿਖੀ ਮੁਨੀ ਤਪਸਵੀ ਬੰਦਗੀ ਕਰਨ ਵਾਲੇ ਔਰ ਪੀਰ ਪੈਗੰਬਰ ਅਵਤਾਰ ਸੰਸਾਰ ਦੇ ਅੰਦਰ ਆਏ ਹੈ,
ਪਰ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ, ਇਹਦੇ ਤੁਲ ਕੋਈ ਵੀ ਸੰਸਾਰ ਦਾ ਪੈਗੰਬਰ ਵੀ ਅੱਜ ਤੱਕ ਪਹੁੰਚ ਨਾ ਸਕਿਆ। ਗੁਰੂ ਕਲਗੀਧਰ ਪਿਤਾ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਹਜੂਰ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਚਮਕੌਰ ਦੀ ਗੜੀ ਅੰਦਰ ਨੇਤਰਾਂ ਦੇ ਸਾਹਮਣੇ ਦੁਸ਼ਮਣਾਂ ਦੇ ਨਾਲ ਜੂਝ ਕਰਕੇ ਸ਼ਹਾਦਤ ਦਾ ਜਾਮ ਪੀ ਰਹੇ। ਪਰ ਥੋੜਾ ਜਿੰਨਾ ਵੀ ਮੁਖ ਤੋਂ ਕੋਈ ਪ੍ਰਮਾਤਮਾ ਤੇ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ, ਨਾ ਕੋਈ ਵੈਰਾਗ ਧਾਰਨ ਕੀਤਾ, ਸਗੋਂ ਖੁਸ਼ੀ ਦੇ ਨਾਲ ਉੱਚੀ ਆਵਾਜ਼ ਦੇ ਵੀ ਜੈਕਾਰੇ ਜ਼ਰੂਰ ਗਜਾਏ ਸਨ ਔਰ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। हे ਪ੍ਰਮਾਤਮਾ, ਇਹ ਕਿਸ਼ਤਾਂ ਦੇ ਨਾਲ ਮੈਂ ਤੇਰਾ ਕਰਜ਼ ਉਤਾਰਦਾ ਪਿਆ। ਦੋ ਆਪ ਜੀ ਦੇ ਬਖਸ਼ੇ ਹੋਏ ਸਾਹਿਬਜ਼ਾਦੇ ਉਹ ਸ਼ਹੀਦ ਹੋ ਚੁੱਕੇ ਹੈ। ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਰਹਿੰਦੇ ਹਨ। ਉਹ ਵੀ ਕੌਮ ਤੋਂ ਨਿਸ਼ਾਵਰ ਕਰਕੇ, ਧਰਮ ਤੋਂ ਆਪਾਂ ਉਹਨਾਂ ਦਾ ਕੁਰਬਾਨ ਕਰਾ ਕਰਕੇ ਤੁਹਾਡੇ ਚਰਨਾਂ ਵਿੱਚ ਭੇਜ ਦੇਣਾ ਹੈ। ਸਤ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਪੈਗੰਬਰਾਂ ਦੇ ਭਾਵੇਂ ਪ੍ਰਮਾਤਮਾ ਨੇ ਸਨਮੁਖ ਹੋ ਕਰਕੇ ਕਿਹਾ ਸੀ ਕਿ ਸਭ ਤੋਂ ਜਿਹਦੇ ਨਾਲ ਜ਼ਿਆਦਾ ਸਨੇਹ ਹੈ ਉਹ ਸਾਨੂੰ ਅਰਪਣ ਕਰ ਦੇਣ ਕਰਬਲੀ ਰੂਪ ਦੇ ਵਿੱਚ। ਤੇ ਸਾਧ ਸੰਗਤ ਜੀ, ਸੰਸਾਰ ਦੇ ਪੈਗੰਬਰਾਂ ਨੇ ਭਾਵੇਂ ਯਤਨ ਕੀਤਾ ਪਰ ਅੱਖਾਂ ਤੇ ਪੱਟੀ ਬਣਾ ਲਈ ਸੀ। ਆਪਣਾ ਪੁੱਤਰ ਜਿਹੜਾ ਸੀ ਸਾਧ ਸੰਗਤ ਜੀ, ਉਹ ਜੋ ਬਲੀ ਨਾ ਚੜਾ ਸਕੇ ਤੇ ਉਹਦੇ ਥਾਂ ਤੇ ਫਿਰ ਬੱਕਰੇ ਦੀ ਬਲੀ ਚੜਾ ਦਿੱਤੀ ਸੀ ਸੰਸਾਰ ਦੇ ਅੰਦਰ ਚੇਲਿਆਂ ਨੇ, ਦਾਸਾਂ ਨੇ। ਇਹ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਵਡਿਆਈ ਹੈ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜੀਵਨ ਨੂੰ ਜਗਤ ਦੇ ਬੰਧਨਾਂ ਵਿੱਚ, ਮੋਹ ਮਮਤਾ ਵਿੱਚ ਰਹਿੰਦੇ ਹੋਇਆ ਵੀ ਨਿਰਲੇਪ ਰਹਿਣ ਦਾ ਸਤਿਗੁਰਾਂ ਨੇ ਜੀਵਨ ਸਿਖਾਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਨੇ। हे ਪ੍ਰਮਾਤਮਾ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ ਰਾਮ ਰਾਜੇ। ਮਹਾਰਾਜ, ਸਭ ਥਾਵਾਂ ਤੇ ਤੁਹਾਡਾ ਹੀ ਸਰੂਪ ਵਰਤ ਰਿਹਾ ਹੈ। ਸਭ ਸੰਸਾਰ ਭਰ ਦੇ ਜੀਵ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ। ਮਹਾਰਾਜ, ਸਾਰੀ ਲੋਕਾਈ ਆਪ ਜੀ ਦੀ ਹੈ। ਜਿਤਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹਨ ਤੇ ਜੋ ਕੁਝ ਵੀ ਪੈਦਾ ਕੀਤਾ ਹੈ, हे ਪ੍ਰਮਾਤਮਾ, ਤੂੰ ਆਪ ਸੱਚੇ ਸਰੂਪ ਤੋਂ ਹੀ ਸਾਜੀ ਸੰਸਾਰ ਦੇ ਅੰਦਰ ਪੈਦਾ ਕੀਤਾ ਹੈ। ਮਨੁੱਖ ਜੋ ਹੈ, ਜਿੱਦਾਂ ਦੀ ਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ, ਉੱਦਾਂ ਦੀ ਸ੍ਰਿਸ਼ਟੀ ਦਿਸਦੀ ਹੈ। ਮਨੁੱਖ ਦੇ ਨੇਤਰਾਂ ਵਿੱਚ ਸਾਧ ਸੰਗਤ ਜੀ, ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਭਰਮ ਰੂਪੀ ਫੋਲੇ ਪਏ ਹੋਏ, ਤਾਂ ਹੀ ਸੰਸਾਰ ਨੂੰ ਮੰਦੀ ਨਿਗਾਹ ਦੇ ਨਾਲ ਦੇਖਦਾ, ਸਹੀ ਨਹੀਂ ਸੰਸਾਰ ਦਿਸਦਾ। ਇਹ ਸੁਭਾਵਿਕ ਹੀ ਹੈ। ਪੰਜਾਬ ਦੇ ਵਿੱਚ ਸਾਡੇ ਮਾਝੇ ਇਲਾਕੇ ਦੇ ਅੰਦਰ ਸਾਧ ਸੰਗਤ ਜੀ ਬੋਲਿਆ ਜਾਂਦਾ ਕਿ ਤੇਰੇ ਅੱਖਾਂ 'ਚ ਤੇਰੇ ਫੋਲੇ ਪਏ ਆ, ਤੇਰੇ ਡੇਲਿਆਂ ਦੇ ਵਿੱਚ। ਕਈ ਵਾਰ ਸਾਡੇ ਬਜ਼ੁਰਗ ਆ ਨਾ, ਸੁਭਾਵਿਕ ਹੀ ਬੱਚਿਆਂ ਨੂੰ ਕਹਿ ਦਿੰਦੇ ਆ, ਕਿਸੇ ਨੂੰ ਕੋਈ ਚੀਜ਼ ਸਾਹਮਣੇ ਪਈ ਵੀ ਨਾ ਦਿਸੇ ਤੇ ਆਖਣਾ ਤੇਰੇ ਡੇਲਿਆਂ 'ਚ ਫੋਲੇ ਪਏ ਆ। ਤੇ ਮਹਾਰਾਜ ਕਹਿੰਦੇ, ਜਿਸ ਦੇ ਮਨ ਬੁੱਧ ਰੂਪ ਨੇਤਰਾਂ 'ਚ ਭਰਮ ਰੂਪੀ ਫੋਲੇ ਪੈ ਜਾਂਦੇ ਹਨ, ਸਾਹਮਣੇ ਰੱਬ ਆ ਕੇ ਖਲੋ ਜਾਵੇ ਤਾਂ ਵੀ ਨਹੀਂ ਉਹਨੂੰ ਦੇਖ ਸਕਦਾ, ਉਹ ਤਾਂ ਵੀ ਨਹੀਂ ਪਰਮਾਤਮਾ ਨੂੰ ਦੇਖ ਸਕਦਾ। ਤੇ ਜੋ ਕੁਝ ਵੀ ਸੰਸਾਰ ਦੇ ਅੰਦਰ ਵਰਤਾਰਾ ਵਰਤ ਰਿਹਾ ਹੈ, ਹਜੂਰ ਨੇ ਉਚਾਰਨ ਕੀਤਾ, ਸਭ ਕੁਝ ਪਰਮੇਸ਼ਰ ਦਾ ਹੀ ਹੈ। ਜਿਤਨੀ ਵੀ ਪ੍ਰਕਿਰਤੀ ਦੇ ਇਹ ਹਰਕਤ ਹੋ ਰਹੀ ਹੈ, ਸੰਸਾਰ ਦੇ ਜੀਵਾਂ ਦੀ ਪੈਦਾਇਸ਼ ਹੋ ਰਹੀ ਹੈ, ਜੀਵਾਂ ਦੀ ਉਤਪਤੀ ਪਰਵਰਿਸ਼ ਦੀ ਲਯਤਾ ਹੋ ਰਹੀ, ਸਭ ਕੁਝ ਪ੍ਰਮਾਤਮਾ ਆਪ ਹੀ ਸੰਸਾਰ ਦੇ ਅੰਦਰ ਵਰਤਾਰਾ ਵਰਤਾ ਰਿਹਾ ਹੈ। ਇਹ ਪ੍ਰਮਾਤਮਾ ਸਭ ਤੁਧ ਉਪਾਏ ਰਾਮ ਰਾਜੇ। ਇਹ ਜਗਤਰੂ ਬਾਲਕ ਨੂੰ ਸ੍ਰਿਸ਼ਟੀ ਦੇ ਤਮਾਮ ਸੰਸਾਰ ਭਰ ਦੇ ਜੀਵਾਂ ਨੂੰ ਆਪ ਨੇ ਪੈਦਾ ਕੀਤਾ ਹੋਇਆ ਹੈ। ਤੇ ਜਿੰਨੇ ਵੀ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਕਿਸੇ ਦੇ ਹੱਥਾਂ ਵਿੱਚ ਕੁਝ ਵੀ ਸ਼ਕਤੀ ਨਹੀਂ, ਕੋਈ ਬਲ ਨਹੀਂ, ਕੋਈ ਆਪਣਾ ਚਾਰਾ ਨਹੀਂ ਹੈ ਕਿ ਆਪਣੇ ਬਲ ਦੇ ਨਾਲ ਮੈਂ ਕੁਝ ਕਰ ਸਕਾਂ। ਇਹ ਨਹੀਂ ਕਦਾਚਿਤ ਹੋ ਸਕਦਾ। ਮਨੁੱਖ ਸੋਚਦਾ ਜ਼ਰੂਰ ਹੈ ਕਿ ਮੈਂ ਕਰ ਰਿਹਾ, ਮੈਂ ਕਿਸੇ ਤੋਂ ਕਰਵਾ ਰਿਹਾ, ਜਾਂ ਮੈਂ ਆਪ ਕਰ ਰਿਹਾ, ਮੈਂ ਕਰਾਂਗਾ ਜਾਂ ਕਿਸੇ ਤੋਂ ਕਰਵਾ ਦੇਵਾਂਗਾ।
ਪਰ ਮਹਾਰਾਜ ਜੀ ਦਾ ਇੱਕ ਵਚਨ ਹੁੰਦਾ ਗੁਰਬਾਣੀ ਅੰਦਰ ਕਿ ਇਹ ਜੀਵ ਜਦੋਂ ਤੱਕ ਤੇਰੇ ਅੰਦਰ ਪਰਮਾਤਮਾ ਦੀ ਜੋਤ ਵਰਤਦੀ ਹੈ ਉਦੋਂ ਤੱਕ ਠੀਕ ਹੈ, ਤੂੰ ਚੱਲਦਾ ਫਿਰਦਾ ਹੈ, ਖਾਂਦਾ ਪਹਿਨਦਾ ਹੈ, ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ। ਪਰ ਪਰਮੇਸ਼ਰ ਜਦੋਂ ਆਪਣੀ ਜੋਤ ਤੇ ਸਰੀਰ ਦੇ ਵਿੱਚੋਂ ਕੱਢ ਲਵੇਗਾ ਫਿਰ ਕੁਝ ਕਰਕੇ ਦਿਖਾਈ ਸਾਂ ਭਲਾ। ਫਿਰ ਤੂੰ ਆਪਣਾ ਜ਼ੋਰ ਚਲਾ ਕਰਕੇ ਦੱਸੇ ਜਿਹੜੇ ਤੂੰ ਆਪਣਾ ਮੰਨਦਾ, ਫਿਰ ਆਪਣਾ ਬਲ ਲਗਾ ਕਰਕੇ ਦੱਸੇ ਜਿਸ ਨੂੰ ਆਪਣਾ ਮੰਨਦਾ ਕਿ ਮੇਰੇ ਅੰਦਰ ਬੜਾ ਬਲ ਹੈ, ਮੈਂ ਇਸ ਸੰਸਾਰ ਦੇ ਅੰਦਰ ਸਭ ਕੁਝ ਕਰਦਾ ਜਾਂ ਕਿਸੇ ਤੋਂ ਕਰਵਾਉਂਦਾ ਹਾਂ। ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹੈ, ਜਿਤਨੇ ਵੀ ਸੰਸਾਰ ਭਰ ਦੇ तमाम ਜੀਵ ਜੰਤੂ ਹੈ, ਕਿਛ ਹਾਥ ਕਿਸੇ ਦਾ ਕਿਛ ਨਾਹੀ, ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ ਕਿ ਆਪਣੇ ਬਲ ਦੇ ਨਾਲ ਕੁਝ ਕਰ ਸਕੇ। ਨਾ ਤਾਂ ਬੋਲਣ ਦੇ ਵਿੱਚ ਸਾਧ ਸੰਗਤ ਜੀ ਆਪਣਾ ਬਲ ਹੈ, ਨਾ ਚੁੱਪ ਦੇ ਰਹਿਣ ਦੇ ਵਿੱਚ ਕੋਈ ਆਪਣਾ ਬਲ ਹੈ, ਨਾ ਦਾਤ ਕਿਸੇ ਨੂੰ ਦੇਣ ਦੇ ਵਿੱਚ ਬਲ ਹੈ, ਨਾ ਕਿਸੇ ਤੋਂ ਲੈਣ ਦੇ ਵਿੱਚ ਕੋਈ ਆਪਣਾ ਬਲ ਹੈ। ਪਰਮਾਤਮਾ ਤੋਂ ਵੀ ਆਪਣੇ ਬਲ ਕਰਕੇ ਜ਼ੋਰ ਕਰਕੇ ਕੋਈ ਦਾਤ ਨਹੀਂ ਇਹ ਜੀਵ ਪ੍ਰਾਪਤ ਕਰ ਸਕਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅਸੀਂ ਮੁੱਖ ਵਾਕ ਪੜ੍ਹਦੇ ਹਾਂ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇੜ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਨਾ ਜਿਉਂਦੇ ਰਹਿਣ ਦੇ ਵਿੱਚ ਜੋਰ ਹੈ ਤੇ ਨਾ ਕੋਈ ਮਰਨ ਦੇ ਵਿੱਚ ਜੋਰ ਹੈ। ਕਈ ਵਾਰ ਮਨੁੱਖ ਕਿੰਨਾ ਯਤਨ ਕਰਦਾ ਹੈ ਕਿ ਮੇਰੀ ਮੌਤ ਨਾ ਹੋਵੇ, ਪਰ ਜੇ ਪਰਮੇਸ਼ਰ ਨੂੰ ਨਹੀਂ ਪਾਉਂਦਾ ਤੇ ਮਰਨਾ ਹੀ ਪੈਂਦਾ। ਤੇ ਜੇ ਕਈ ਵਾਰ ਕੋਈ ਮਰਨ ਦਾ ਯਤਨ ਕਰਦਾ ਹੈ, ਕਿੰਨਾ ਮਨੁੱਖ ਯਤਨ ਕਰਦਾ ਫਿਰ ਵੀ ਉਹਦਾ ਬਚਾਅ ਹੋ ਜਾਂਦਾ ਹੈ। ਜੇ ਪਰਮੇਸ਼ਰ ਨੂੰ ਨਹੀਂ ਪਾਉਂਦਾ ਮਰਨਾ ਤੇ ਜੀਵ ਨਹੀਂ ਮਰਦਾ, ਭਾਵੇਂ ਲੱਖਾਂ ਵਾਰ ਕੋ ਮਾਰਨ ਦਾ ਯਤਨ ਕਰੇ ਫਿਰ ਵੀ ਉਹਦਾ ਬਚਾਅ ਹੋ ਹੀ ਜਾਂਦਾ ਹੈ। ਭਾਵ ਕਿਸੇ ਪੱਖ ਦੇ ਵਿੱਚ ਵੀ ਮਹਾਰਾਜ ਕਹਿੰਦੇ ਜੀਵ ਦਾ ਕੋਈ ਆਪਣਾ ਜ਼ੋਰ ਨਹੀਂ, ਆਪਣਾ ਕੋਈ ਚਾਰਾ ਨਹੀਂ ਹੈ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ। ਜੇ ਕਹੇ ਕਿ ਮੇਰੇ ਤੋਂ ਜੁਗਤੀਆਂ ਬੜੀਆਂ ਨੇ, ਮੈਂ ਬੜਾ ਸਿਆਣਾ ਤੇ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਵਾਂਗਾ, ਮਹਾਰਾਜ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। हे ਮੇਰੇ ਚੰਚਲ ਮਨਾ, ਐਵੇਂ ਨਾ ਕਿਤੇ ਭੁਲੇਖੇ ਵਿੱਚ ਬੈਠਾ ਰਹੀ ਕਿ ਮੈਂ ਬੜਾ ਸਿਆਣਾ, ਬੜੀਆਂ ਮੇਰੇ ਕੋਲ ਸਿਆਣਪਾਂ ਬੜੀਆਂ ਚਤੁਰਾਈਆਂ ਨੇ, ਮੈਂ ਪਰਮੇਸ਼ਰ ਨੂੰ ਪਾ ਲਵਾਂਗਾ। ਇਹ ਨਹੀਂ ਕਦਾਚਿਤ ਵੀ ਹੋ ਸਕਦਾ। ਜੇ ਪਰਮਾਤਮਾ ਨੂੰ ਭਾਵੇ ਤਾਂ ਹੀ ਉਹਦੇ ਨਾਲ ਮਿਲਿਆ ਜਾ ਸਕਦਾ ਹੈ। ਆਪਣਾ ਕੋਈ ਬਲ ਨਹੀਂ, ਆਪਣਾ ਕੋਈ ਜ਼ੋਰ ਨਹੀਂ ਹੈ ਪਰਮਾਤਮਾ ਦੇ ਅੱਗੇ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਕਿਛ ਹਾਥ ਕਿਸੇ ਦਾ ਕਿਛ ਨਾਹੀ। ਇਸ ਸੰਸਾਰ ਭਰ ਦੇ ਭਾਵੇਂ ਤਨ ਕਰਕੇ, ਭਾਵੇਂ ਮਨ ਕਰਕੇ, ਆਤਮਿਕ ਬਲ ਕਰਕੇ ਵੀ ਬੜੀਆਂ ਸ਼ਕਤੀਆਂ ਵਾਲੇ ਸੰਸਾਰ ਦੇ ਜੀਵ ਹਨ, ਪਰ ਹਜੂਰ ਕਹਿੰਦੇ ਹਨ ਕਿ ਕਿਸੇ ਦਾ ਕੋਈ ਆਪਣਾ ਬਲ ਹੈ ਹੀ ਨਹੀਂ ਹੈ। ਜਿਵੇਂ ਪ੍ਰਮਾਤਮਾ ਨੇ ਪ੍ਰਾਰਬਧ ਜੀਵ ਦੀ ਬਣਾ ਦਿੱਤੀ, ਉਸੇ ਮੁਤਾਬਕ ਹੀ ਜ਼ਿੰਦਗੀ ਆਪਣੀ ਬਤੀਤ ਕਰਦਾ ਹੈ, ਉਸੇ ਅਨੁਸਾਰ ਹੀ ਜੀਵ ਆਪਣਾ ਜੀਵਨ ਨਿਰਵਾਹ ਕਰੀ ਜਾਂਦਾ ਹੈ। ਜਿਵੇਂ ਧੁਰ ਤੋਂ ਪਰਮਾਤਮਾ ਨੇ ਜੀਵ ਦੇ ਮਸਤਕ ਦੇ ਲੇਖ ਕਰਕੇ ਪਾ ਦਿੱਤੇ ਹੈ। ਜਦੋਂ ਤੋਂ ਸੰਸਾਰ ਦੇ ਅੰਦਰ ਜਨਮ ਹੋ ਗਿਆ ਹੈ, ਮਨੁੱਖ ਤੇਰੀ ਜ਼ਿੰਦਗੀ ਦੇ ਅੰਦਰ ਇੰਨੇ ਸੁੱਖ ਮਿਲਣੇ ਹੈ, ਇੰਨਾ ਤੂੰ ਦੁਖੀ ਹੋਣਾ ਹੈ, ਇੰਨੇ ਤਨ ਕਰਕੇ ਸੁੱਖ ਮਿਲਣੇ, ਇੰਨੇ ਮਨ ਕਰਕੇ ਤੈਨੂੰ ਸੁੱਖ ਮਿਲਣੇ ਹੈ, ਇੰਨਾ ਤੇਰਾ ਜ਼ਿੰਦਗੀ ਵਿੱਚ ਮਾਣ ਹੋਣਾ, ਇੰਨਾ ਅਪਮਾਨ ਹੋਣਾ, ਇੰਨੀ ਤੇਰੀ ਉਸਤਤ ਹੋਵੇਗੀ, ਇੰਨੀ ਨਿੰਦਿਆ ਹੋਵੇਗੀ, ਇਤਨਾ ਆਦਰ ਤੇ ਇਤਨਾ ਨਿਰਾਦਰ ਹੋਵੇਗਾ। ਇਹ ਸਭ ਕੁਝ ਧੁਰੋਂ ਹੀ ਪਰਮਾਤਮਾ ਨੇ ਲਿਖ ਕਰਕੇ ਪਾਇਆ। ਤੇ ਜੀਵ ਅਗਿਆਤ ਹੋਣੇ ਕਰਕੇ ਕਦੇ ਕਿਸੇ ਸਿਰ ਦੋਸ਼ ਮੜਦਾ ਹੈ, ਕਦੇ ਕਿਸੇ ਸਿਰ ਦੋਸ਼ ਮੜਦਾ ਰਹਿੰਦਾ ਹੈ। ਪਰ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ, ਦੱਦੈ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿ ਮੇਰਾ ਇਹ ਪੂਰਬਲਾ ਜਿਹੜਾ ਜਨਮ ਦਾ ਕਰਮ ਜਿਹੜਾ ਫਲ ਉਹ ਮੈਂ ਭੋਗਦਾ ਪਿਆ, ਮੈਂ ਕਿਉਂ ਕਿਸੇ ਨੂੰ ਦੋਸ਼ ਦੇਵਾਂ, ਮੈਂ ਕਿਉਂ ਕਿਸੇ ਸਿਰ ਦੋਸ਼ ਮੜਾਂ ਕਿ ਤੇਰੇ ਕਰਕੇ ਹੀ ਮੇਰੇ ਕਾਰਜ ਸਫਲ ਨਹੀਂ ਹੋ ਰਹੇ, ਤੇਰੇ ਕਰਕੇ ਹੀ ਮੈਨੂੰ ਦੁੱਖ ਮਿਲ ਰਿਹਾ, ਮੇਰੀ ਜ਼ਿੰਦਗੀ ਵਿੱਚ ਦੁੱਖ ਆ ਗਏ ਹੈ, ਮੇਰੇ ਤਨ ਤੇ ਕੋਈ ਰੋਗ ਲੱਗ ਗਿਆ, ਨਾ
ਮਹਾਰਾਜ ਕਹਿੰਦੇ ਪ੍ਰਮਾਤਮਾ ਨੇ ਧੁਰੋਂ ਹੀ ਤੇਰੀ ਜ਼ਿੰਦਗੀ ਵੀ ਜਿਹੜੇ ਕਰਮਾਂ ਦਾ ਫਲ ਪਾਏ ਸੀ ਉਹ ਤੈਨੂੰ ਭੋਗਣਾ ਪੈ ਰਿਹਾ ਹੈ, ਤੇ ਇਹ ਫਲ ਜ਼ਰੂਰ ਪਰ ਜ਼ਰੂਰ ਭੋਗਣਾ ਵੀ ਪਵੇਗਾ, ਕਿਉਂਕਿ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਸ਼ਾਸਤਰਾਂ ਦੇ ਬਚਨ ਹੈ ਕਿ ਮਨੁੱਖ ਕਰਮਾਂ ਦਾ ਫਲ ਭੋਗਣ ਤੋਂ ਬਿਨਾਂ ਕਦੇ ਭੱਜਦਾ ਨਹੀਂ ਹੈ। ਮਨੁੱਖ ਦੇ ਪਰਛਾਵੇਂ ਦੀ ਤਰ੍ਹਾਂ ਜੀਵ ਦੇ ਕਰਮਾਂ ਦਾ ਫਲ ਨਾਲ ਨਾਲ ਤੁਰਿਆ ਜਾਂਦਾ ਹੈ। ਜੇ ਇਸ ਜਨਮ ਦੇ ਵਿੱਚ ਪੂਰਾ ਨਾ ਹੋ ਸਕੇ ਤੇ ਅਗਲੇ ਜਨਮ ਦੇ ਵਿੱਚ ਫਲ ਭੋਗਣਾ ਪੈਂਦਾ ਹੈ। ਕੇਵਲ ਸਤਿਗੁਰੂ ਜੀ ਦੀ ਸ਼ਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਜਿਹੜਾ ਕਰੋੜਾਂ ਹੀ ਕਰਮਾਂ ਨੂੰ ਕੱਟਣ ਦੇ ਸਮਰੱਥ ਹੈ। ਹੋਰ ਭਾਵੇਂ ਜ਼ਿੰਦਗੀ ਵਿੱਚ ਮਨੁੱਖ ਜਿੰਨੇ ਮਰਜ਼ੀ ਸਾਧਨ ਕਰਕੇ ਦੇਖ ਲਵੇ, ਪਰ ਕਦੇ ਕਰਮਾਂ ਨੂੰ ਕੱਟ ਨਹੀਂ ਸਕਦਾ। ਕਰਮਾਂ ਨੂੰ ਭੋਗਣਾ ਜ਼ਰੂਰ ਪੈਂਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਕਰੋੜਾਂ ਹੀ ਸ਼ਬਦ ਨੂੰ ਕੱਟਣ ਦੇ ਸਮਰੱਥ ਹੈ। ਕਰੋੜਾਂ ਹੀ ਜੀਵ ਦੇ ਕਮਾਏ ਹੋਏ ਮੰਦੇ ਕਰਮਾਂ ਨੂੰ, ਪਾਪ ਕਰਮਾਂ ਨੂੰ, ਕਿਉਂਕਿ ਜੋ ਪ੍ਰਾਰਬਧ ਦੇ ਵਿੱਚ ਪਰਮੇਸ਼ਰ ਨੇ ਲਿਖਿਆ ਹੋਇਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਉਹਨਾਂ ਨੂੰ ਵੀ ਭੁਗਤਾ ਦਿੰਦਾ ਹੈ, ਪਰ ਸੂਲੀ ਤੋਂ ਸੂਲ ਦੇ ਵਿੱਚ ਦੁੱਖਾਂ ਨੂੰ ਕੱਟ ਦਿੰਦਾ ਹੈ। ਬਹੁਤੇ ਦੁੱਖਾਂ ਨੂੰ ਥੋੜੇ ਵਿੱਚ ਭੁਗਤਾ ਦਿੰਦਾ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਲੇਖ ਨਾ ਸਕਈ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਨਾ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਪਰ ਪਰਮੇਸ਼ਰ ਸਰੂਪ ਸਤਿਗੁਰੂ ਜੀ ਉਹਨਾਂ ਨੂੰ ਬਹੁਤਿਆਂ ਨੂੰ ਥੋੜੇ ਵਿੱਚ ਭੁਗਤਾਉਣ ਦੀ ਸਮਰੱਥਾ ਰੱਖਦੇ ਹੈ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਤੇ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਿ ਸ਼ਹਾਦ ਕਿਸੇ ਦਾ ਕਿਛ ਨਾਹੀ। ਇਹ ਜੀਵਾਂ ਦੇ ਆਪਣੇ ਹੱਥਾਂ ਵਿੱਚ ਕੁਝ ਵੀ ਨਹੀਂ ਹੈ। ਸਭ ਦੀ ਵਾਗਡੋਰ ਹੁਕਮ ਰੂਪੀ ਨੱਥ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਸਭ ਚੱਲੇ ਚਲਾਏ ਤੇ ਸਭ ਤਮਾਮ ਜੀਵ ਜੰਤੂਆਂ ਨੂੰ ਪ੍ਰਮਾਤਮਾ ਜਿਵੇਂ ਚਲਾਉਂਦਾ ਉਵੇਂ ਹੀ ਚੱਲਦੇ ਹੈ। ਪਹਿਲਾਂ ਵੀ ਜਿਵੇਂ ਚਲਾਉਂਦਾ ਸੀ ਚੱਲਦੇ ਸੀ, ਹੁਣ ਵੀ ਚਲਾ ਰਿਹਾ ਹੈ। ਆਉਣ ਵਾਲੇ ਸਮੇਂ ਵੀ ਜਿਵੇਂ ਚਲਾਉਣਾ ਚਾਹੇਗਾ ਤਿਵੇਂ ਜੀਵ ਚੱਲਣਗੇ। ਆਪਣਾ ਕੋਈ ਚਾਰਾ ਨਹੀਂ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਮਨੁੱਖ ਭਾਵੇਂ ਬਹੁਤ ਯਤਨ ਕਰਦਾ ਕਿ ਮੈਂ ਇਵੇਂ ਕਰਦਾ, ਮੈਂ ਇਵੇਂ ਕਰ ਦੇਵਾਂਗਾ, ਬਹੁਤ ਡੀਂਗਾ ਮਾਰਦਾ ਹੰਕਾਰ ਦੇ ਨਸ਼ੇ ਵਿੱਚ, ਪਰ ਹੁੰਦਾ ਉਹ ਕੁਝ ਹੈ ਜੋ ਪ੍ਰਮਾਤਮਾ ਨੂੰ ਪਾਉਂਦਾ। ਉਹ ਕੁਝ ਹੀ ਸੰਸਾਰ ਦੇ ਅੰਦਰ ਵਰਤਾਰਾ ਵਰਤਦਾ ਜੋ ਪਰਮੇਸ਼ਰ ਨੂੰ ਪਾਉਂਦਾ ਹੈ। ਤੇ ਇਸ ਲਈ ਹਜੂਰ ਨੇ ਉਚਾਰਨ ਕੀਤਾ, ਜਿੱਧਰ ਵੀ ਪ੍ਰਮਾਤਮਾ ਆਪ ਜੀ ਪ੍ਰਾਰਬਧ ਅਨੁਸਾਰ ਜੀਵ ਨੂੰ ਪ੍ਰੇਰਿਤ ਕਰਕੇ ਲਗਾ ਦਿੰਦੇ ਹੋ, ਇਹ ਜੀਵ ਉਧਰ ਹੀ ਲੱਗ ਜਾਂਦੇ ਹੈ। ਆਪਣਾ ਕੋਈ ਬਲ ਨਹੀਂ, ਆਪਣਾ ਕੋਈ ਚਾਰਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੁਖਮਨੀ ਸਾਹਿਬ ਪਾਵਨ ਬਾਣੀ ਅੰਦਰ ਉਚਾਰਨ ਕਰਦੇ ਹੈ, ਇਹ ਜੀਵ ਜਿਸ ਪ੍ਰਮਾਤਮਾ ਦੇ ਨਾਲ ਕੋਈ ਚਾਰਾ ਨਹੀਂ ਨਾ ਚੱਲ ਸਕਦਾ, ਆਪਣਾ ਕੋਈ ਜ਼ੋਰ ਕੋਈ ਬਲ ਨਹੀਂ ਚੱਲ ਸਕਦਾ, ਉਹਦੇ ਅੱਗੇ ਫਿਰ ਨਮਸਕਾਰਾਂ ਕਰਨੀਆਂ ਹੀ ਚਾਹੀਦੀਆਂ। ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਅਰਦਾਸਾਂ ਨਮਸਕਾਰਾਂ ਕਰਨੀਆਂ ਹੀ ਯੋਗ ਹੈ। ਜੇ ਉਹਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ ਤੇ ਫਿਰ ਝੁਕ ਕਰਕੇ ਨਮਸਕਾਰ ਹੀ ਕਰਨੀ ਚਾਹੀਦੀ ਹੈ ਨਾ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ। ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਸਦਾ ਹੀ ਨਮਸਕਾਰਾਂ ਕਰਿਆ ਕਰ। ਜਿਨ ਤੂੰ ਮਿਲਹਿ ਪਿਆਰੇ ਸੇ ਤੁਧ ਮਿਲਹਿ। हे ਪਿਆਰੇ ਪ੍ਰਮਾਤਮਾ ਜੀ, ਜਿਸ ਜੀਵ ਨੂੰ ਆਪਣੇ ਨਾਲ ਤੁਸੀਂ ਮਿਲਣਾ ਚਾਹੋ ਉਹ ਹੀ ਮਿਲਦਾ ਹੈ। ਨਹੀਂ ਤਾਂ ਮਨੁੱਖ ਕਿੰਨਾ ਯਤਨ ਕਰਦਾ ਹੈ, ਪਰ ਅਕਾਲ ਪੁਰਖ ਵਾਹਿਗੁਰੂ ਨੇ ਜਿਨ੍ਹਾਂ ਦੇ ਮਸਤਕ ਦੇ ਲਿਲਾਟ ਨਹੀਂ ਲਿਖ ਕਰਕੇ ਪਾਏ, ਉਹ ਪ੍ਰਮਾਤਮਾ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਜਾਂਦੇ ਹੈ। ਜਿਨ੍ਹਾਂ ਤੇ ਪ੍ਰਮਾਤਮਾ ਮਿਹਰ ਕਰ ਦਿੰਦਾ ਹੈ, ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਵਾ ਦਿੰਦਾ ਹੈ, ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਮਹਾਰਾਜ ਜੀ ਦੇ ਬਖਸ਼ੇ ਹੋਏ ਸ਼ਬਦ ਦਾ ਅਭਿਆਸ ਕਰ ਕਰਕੇ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਹੈ। ਵਿਛੜੇ ਹੋਏ ਇੱਕ ਨਾ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਮਿਲ ਹੀ ਜਾਂਦੇ ਹਨ। ਪਰ ਜਿਨ੍ਹਾਂ ਨੂੰ ਪ੍ਰਮਾਤਮਾ ਚਾਹੇ ਕਿ ਸੰਸਾਰ ਦੇ ਅੰਦਰ ਹੀ ਬਾਰ-ਬਾਰ ਜਨਮ ਦੇਣਾ ਹੈ, ਪ੍ਰਾਰਬਧ ਅਨੁਸਾਰ ਉਹਨਾਂ ਨੂੰ ਜਗਤ ਦੀ ਮੋਹ ਮਮਤਾ ਲਗਾ ਦਿੰਦਾ, ਸੰਸਾਰ ਦੇ ਬੰਧਨਾਂ ਵਿੱਚ ਹੀ ਬੱਝੇ ਰਹਿੰਦੇ ਹਨ। ਪ੍ਰਮਾਤਮਾ ਉਹਨਾਂ ਨੂੰ ਚੇਤੇ ਨਹੀਂ ਆਉਂਦਾ। ਕੇਵਲ ਧੀਆਂ ਪੁੱਤਰ ਧਨ ਪਦਾਰਥ ਪਰਿਵਾਰ ਹੀ ਹਰ ਸਮੇਂ ਚੇਤੇ ਆਉਂਦਾ ਰਹਿੰਦਾ। ਧਨ ਪਦਾਰਥਾਂ ਦਾ ਹੀ ਹਰ ਸਮੇਂ ਸਿਮਰਨ ਕਰਦੇ ਰਹਿੰਦੇ, ਯਾਦ ਕਰਦੇ ਰਹਿੰਦੇ ਆ
ਕਿ ਹੁਣ ਸਾਡੇ ਕੋਲ ਇੰਨਾ ਧਨ ਹੋ ਗਿਆ, ਇੰਨੇ ਪਦਾਰਥ ਹੋ ਗਏ ਆ, ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਸੀਂ ਇਕੱਤਰ ਕਰਨੇ ਆ। ਕੇਵਲ ਦੁਨਿਆਵੀ ਧਨ ਚੇਤੇ ਆਉਂਦਾ, ਪਰ ਪ੍ਰਮਾਤਮਾ ਜਿਨ੍ਹਾਂ ਨੂੰ ਮਿਲਣਾ ਚਾਹੇ ਉਹ ਦੁਨਿਆਵੀ ਧਨ ਦੇ ਨਾਲ ਨਾਲ ਨਾਮ ਰੂਪੀ ਧਨ ਨੂੰ ਚੇਤੇ ਕਰਦੇ, ਸਿਮਰਨ ਕਰਦੇ ਆ। ਤੇ ਜੇ ਸਮੇਂ ਵਿੱਚ ਪ੍ਰਮਾਤਮਾ ਦਾ ਸਿਮਰਨ ਨਹੀਂ ਨਾ ਕੀਤਾ ਹੁੰਦਾ, ਉਹਨੂੰ ਯਾਦ ਕਰ ਕਰਕੇ ਪਛਤਾਤਾਪ ਕਰਦੇ ਆ ਕਿ ਪਹਿਲਾਂ ਕਿਉਂ ਨਹੀਂ ਮਹਾਰਾਜ ਮੈਨੂੰ ਸੋਝੀ ਬਖਸ਼ੀ। ਮੇਰੀ ਜ਼ਿੰਦਗੀ ਦਾ ਵੱਡਾ ਪੱਖ ਅਜਾਈਂ ਬਤੀਤ ਹੋ ਗਿਆ ਤੁਹਾਡੇ ਸਿਮਰਨ ਕੀਤੇ ਤੋਂ ਬਿਨਾਂ, ਆਪ ਜੀ ਦੀ ਯਾਦ ਵਿੱਚ ਜੁੜੇ ਹੋਏ ਤੋਂ ਬਿਨਾਂ ਮਹਾਰਾਜ ਮੇਰਾ ਜੀਵਨ ਦਾ ਵੱਡਾ ਪੱਖ ਅਜਾਈਂ ਚਲਾ ਗਿਆ। ਉਹ ਸਮੇਂ ਨੂੰ ਲੰਘੇ ਹੋਏ ਨੂੰ ਪਛਤਾਵਾ ਕਰਦੇ ਆ। ਤੇ ਜਿਸ ਸਮੇਂ ਪਰਮੇਸ਼ਰ ਯਾਦ ਆਉਂਦਾ ਫਿਰ ਮੁਸਕਰਾ ਕਰਕੇ ਸ਼ੁਕਰਾਨਾ ਵੀ ਕਰਦੇ, ਮਹਾਰਾਜ ਆਪ ਜੀ ਦਾ ਸ਼ੁਕਰ ਹੈ। ਰਹਿੰਦੀ ਜ਼ਿੰਦਗੀ ਵਿੱਚ ਮਹਾਰਾਜ ਆਪ ਨੇ ਸੇਵਾ ਤੇ ਸਿਮਰਨ ਦੀ ਮੈਨੂੰ ਦਾਤ ਬਖਸ਼ੀ ਹੈ, ਆਪਣੇ ਚਰਨਾਂ ਦਾ ਪਿਆਰ ਮੇਰੇ ਹਿਰਦੇ ਅੰਦਰ ਲਗਾ ਦਿੱਤਾ ਹੈ। ਇਹੋ ਮਹਾਰਾਜ ਕਹਿੰਦੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਨੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ। ਆਸਾ ਕੀ ਵਾਰ ਅੰਦਰ ਹਜ਼ੂਰ ਦੇ ਮੁੱਖ ਵਾਕ ਹਨ, ਇਹੋ ਜਗ ਸੱਚਿਆ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਉਹ ਜੀਵ ਹਨ ਜਿਨ੍ਹਾਂ ਨੂੰ ਸੰਸਾਰ ਦੇ ਅੰਦਰ ਆਪਣੀ ਰਜ਼ਾ ਵਿੱਚ ਰਾਜੀ ਰੱਖ ਕੇ ਭਵ ਸਾਗਰ ਤੋਂ ਪਾਰ ਕਰ ਦਿੰਦਾ, ਬੰਧਨਾਂ ਵਿੱਚੋਂ ਕੱਢ ਕੇ ਆਪਣੀ ਅਭੇਦਤਾ ਦੇ ਦਿੰਦਾ ਹੈ। ਤੇ ਇੱਕ ਉਹ ਵੀ ਹੈ, ਇੱਕ ਹੁਕਮੇ ਕਰੇ ਵਿਨਾਸ਼, ਉਹਨਾਂ ਨੂੰ ਸੰਸਾਰ ਦੇ ਅੰਦਰ ਹੀ ਬਾਰ-ਬਾਰ ਖੱਜਲ ਖੁਆਰ ਕਰਦਾ ਰਹਿੰਦਾ। ਪਰਮਾਰਥ ਦਾ ਰਸਤਾ ਹੀ ਨਹੀਂ ਤਿੰਨਾਂ ਜੀਵਾਂ ਨੂੰ ਮਿਲਦਾ, ਹੋਰ ਹੀ ਦੁਨੀਆ ਦੇ ਸਾਧਨਾ ਰੂਪ ਰਸਤੇ ਧਾਰਨ ਕਰੀ ਜਾਂਦੇ ਆ, ਪਰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਤਿੰਨਾਂ ਨੂੰ ਨਹੀਂ ਜ਼ਿੰਦਗੀ ਵਿੱਚ ਮਿਲਦਾ, ਕਿਉਂਕਿ ਪਰਮਾਤਮਾ ਨੂੰ ਚਾਹਿਆ ਹੀ ਨਹੀਂ ਹੈ ਕਿ ਜੀਵ ਨੂੰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਾ ਦੇਵਾ। ਪਰਾਰਬਧ ਅਨੁਸਾਰ ਸੰਸਾਰ ਦੇ ਵਿੱਚ ਹੀ ਬਾਰ-ਬਾਰ ਖਚਿਤ ਕਰਕੇ ਰੱਖਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਪਰਮਾਤਮਾ ਜਿਨ ਤੂੰ ਮੇਲੇ ਪਿਆਰੇ ਸੇ ਤੁਧ ਮਿਲਹਿ। ਪਰਮਾਤਮਾ ਜਿਨ੍ਹਾਂ ਨੂੰ ਆਪ ਜੀ ਨੇ ਮਿਲਣਾ ਚਾਹਿਆ ਉਹ ਜੀਵ ਆਪ ਜੀ ਦੇ ਸਰੂਪ ਦੇ ਵਿੱਚ ਮਿਲ ਗਏ ਹਨ। ਜੋ ਹਰ ਮਨ ਭਾਏ, ਕੌਣ ਮਿਲੇ ਨੇ? ਜੋ ਪਰਮਾਤਮਾ ਦੇ ਮਨ ਨੂੰ ਭਾ ਗਏ ਹੈ, ਜਿਨ੍ਹਾਂ ਦੇ ਹਿਰਦੇ ਦਾ ਪਿਆਰ ਪਰਮੇਸ਼ਰ ਨੂੰ ਭਾ ਗਿਆ ਹੈ। ਇੱਕ ਹਿਰਦੇ ਦਾ ਪਿਆਰ ਹੀ ਹੈ ਜੋ ਪਰਮਾਤਮਾ ਨੂੰ ਪ੍ਰਸੰਨ ਕਰਦਾ। ਅਕਾਲ ਪੁਰਖ ਵਾਹਿਗੁਰੂ ਹਿਰਦੇ ਦੀ ਭਾਵਨਾ ਅੰਦਰ ਦਾ ਪਿਆਰ ਦੇਖ ਕਰਕੇ ਪ੍ਰਸੀਜਦਾ ਹੈ, ਜੀਵ ਤੇ ਬਖਸ਼ਿਸ਼ਾਂ ਕਰਦਾ ਹੈ, ਤਰੁੱਠਦਾ ਹੈ। ਤੇ ਮਹਾਰਾਜ ਕਹਿੰਦੇ ਜਿਸ ਜੀਵ ਦੇ ਹਿਰਦੇ ਦੀ ਭਾਵਨਾ ਪਰਮਾਤਮਾ ਨੂੰ ਭਾ ਗਈ, ਪਰਮੇਸ਼ਰ ਨੇ ਰਹਿਮਤ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਕੇ ਉਸ ਜੀਵ ਨੂੰ ਆਪਣੇ ਵਿੱਚ ਮਿਲਾ ਲਿਆ ਹੈ। ਜਨ ਨਾਨਕ ਸਤਿਗੁਰ ਭੇਟਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹੈ ਗੁਰਸਿੱਖੋ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲ ਪਏ ਹਨ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਾਲ ਮਿਲਣਾ ਕੀਤਾ, ਜਿਨ੍ਹਾਂ ਵਡਭਾਗਿਆਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਧਾਰਨ ਕੀਤੀ ਹੈ, ਜਿਨ੍ਹਾਂ ਨੂੰ ਜੀਵਨ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਲੇ ਹਨ, ਹਰ ਨਾਮ ਧਰਾਏ। ਤਿੰਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਦਰ ਦੇ ਕਰਕੇ ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਪਾਰ ਕਰ ਦਿੱਤਾ, ਤਰਾ ਦਿੱਤਾ। ਭਵ ਸਾਗਰ ਵਿੱਚੋਂ ਪਾਰ ਹੋਣ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਚ ਸਿਖਾ ਦਿੱਤੀ ਹੈ ਕਿ ਕਿਵੇਂ ਸੰਸਾਰ ਸਮੁੰਦਰ ਵਿੱਚ ਡੁੱਬਦਿਆਂ ਹੋਇਆ ਪਾਰ ਹੋਣਾ, ਕਿਵੇਂ ਮੁਕਤੀ ਰੂਪ ਕਿਨਾਰੇ ਤੇ ਪਹੁੰਚਣਾ। ਮਹਾਰਾਜ ਕਹਿੰਦੇ ਇਹ ਪੂਰੀ ਸਤਿਗੁਰੂ ਜੀ ਦੀ ਵਡਿਆਈ ਹੈ। ਤੇ ਜਿਹੜਾ ਮਨੁੱਖ ਆਪ ਸਤ ਸੰਗਤ ਜੀ ਤਰਨਾ ਨਾ ਜਾਣਦਾ ਹੋਵੇ, ਦੂਜਿਆਂ ਨੂੰ ਡੁੱਬਦਿਆਂ ਹੋਇਆਂ ਨੂੰ ਭਲਾ ਕਿਵੇਂ ਬਚਾ ਸਕਦਾ? ਨਾਮੁਮਕਿਨ ਹੈ, ਇਹ ਕਦਾਚਿਤ ਹੋ ਹੀ ਨਹੀਂ ਸਕਦਾ। ਜਿਹੜਾ ਆਪ ਤੈਰਨਾ ਜਾਣਦਾ ਹੋਵੇ, ਤਰਿਆ ਹੋਵੇ, ਉਹ ਹੀ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਤੇ ਮਹਾਰਾਜ ਕਹਿੰਦੇ ਜਿਹੜੇ ਆਪ ਸੰਸਾਰ ਸਾਗਰ ਦੇ ਵਿੱਚ ਡੁੱਬਦੇ ਪਏ ਆ ਨਾ, ਪਖੰਡ ਪਾਦ ਕਰਨ ਵਾਲੇ ਸੰਸਾਰ ਦੇ ਭੇਖ ਤਾਰੇ, ਉਹ ਇਹ ਜੀਵ ਤੈਨੂੰ ਭਲਾ ਕਿਵੇਂ ਤਾਰ ਸਕਦੇ ਹੈ? ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਹਰ ਨਾਮ ਤਰਾਏ, ਪਰਮੇਸ਼ਰ ਦਾ ਨਾਮ ਜਪਾ ਕਰਕੇ ਭਵ ਸਾਗਰ ਤੋਂ ਤਾਰਨ ਦੀ ਸਮਰੱਥਾ ਰੱਖਦੇ ਹੈ। ਨਾਮ ਰੂ ਬੇੜੇ ਦੀ ਦਾਤ ਦੇ ਕਰਕੇ ਇਹ ਜੀਵ ਤੈਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਹੈ।
ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰਿਆ ਕਰ। ਸਾਧ ਸੰਗਤ ਜੀ, ਭਾਵੇਂ ਕਿੰਨੇ ਸੰਸਾਰ ਦੇ ਅੰਦਰ ਪਾਪ ਕਰਮ ਕਰਨ ਵਾਲੇ, ਪਾਪੀ ਸੰਸਾਰ ਦੇ ਅੰਦਰ ਜਾਣੇ ਜਾਣ ਵਾਲੇ, ਜੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕੀਤੀ ਹੈ, ਆਪ ਤਾਂ ਤਰੇ, ਹੋਰ ਵੀ ਜੀਵਾਂ ਨੂੰ ਤਾਰਨ ਦੀ ਤਿੰਨਾਂ ਨੂੰ ਸਮਰੱਥਾ ਪ੍ਰਾਪਤ ਹੋ ਗਈ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨਾਂ ਅਨੁਸਾਰ ਆਪ ਤਰੇ ਤਾਰੇਨ ਸਰਿੱਠਾ, ਆਪ ਤਰੇ ਹੋਏ ਹੈ ਤੇ ਸ੍ਰਿਸ਼ਟੀ ਨੂੰ ਤਾਰਨ ਦੇ ਸਮਰੱਥ ਹਨ। ਜਿਨ੍ਹਾਂ ਨੂੰ ਪੂਰੀ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਗਈ ਹੈ, ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲਿਆ, ਉਹ ਭਾਵੇਂ ਸੰਸਾਰ ਦੇ ਅੰਦਰ ਪਾਪੀ ਕਰਕੇ ਜਾਣੇ ਜਾਂਦੇ, ਪਰ ਜਿਨ੍ਹਾਂ ਨੇ ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਭਵ ਸਾਗਰ ਵਿੱਚੋਂ ਡੁੱਬਦਿਆਂ ਹੋਇਆਂ ਨੂੰ ਪਾਰ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੇ ਐਸੀ ਤਿੰਨਾਂ ਜੀਵਾਂ ਨੂੰ ਬਖਸ਼ਿਸ਼ ਕੀਤੀ ਹੈ। ਹਜੂਰ ਕਹਿੰਦੇ ਨਾਮ ਜਪਾ ਕਰਕੇ ਸਤਿਗੁਰੂ ਜੀ ਨੇ ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਕੋਈ ਗਾਵੇ ਰਾਗੀ ਨਾਦੀ ਬੇਦੀ ਵਾਹ ਪਾਤ ਕਰ। ਹਜੂਰ ਬਖਸ਼ਿਸ਼ ਕਰਦੇ ਹੈ। ਇਹ ਗੁਰਸਿੱਖੋ, ਅਕਾਲ ਪੁਰਖ ਪ੍ਰਮਾਤਮਾ ਕਿਵੇਂ ਜੀਵਾਂ ਤੇ ਪ੍ਰਸੰਨ ਹੁੰਦਾ ਹੈ। ਜਿਵੇਂ ਜਿਵੇਂ ਸਿੱਖ ਬੇਨਤੀਆਂ ਕਰਕੇ ਪੁੱਛਦੇ ਨੇ, ਮਹਾਰਾਜ ਕਈ ਸੰਸਾਰ ਦੇ ਅੰਦਰ ਵੱਡੇ ਵੱਡੇ ਰਾਗੀ ਪੁਰਖ ਹੁੰਦੇ ਆ, ਕੋਈ ਸਾਜ਼ਾਂ ਨੂੰ, ਤੰਤੀ ਸਾਜ਼ਾਂ ਨੂੰ ਵਜਾਉਣ ਵਾਲੇ, ਫਿਰ ਮਹਾਰਾਜ ਕਈ ਵੇਦਾਂ ਦੇ ਪਾਠੀ, ਬੜੇ ਬੜੇ ਵੇਦਾਂ ਦੇ ਗਿਆਤਾ ਵੀ ਹਨ ਸੰਸਾਰ ਦੇ ਅੰਦਰ, ਬਹੁਤ ਚਤੁਰ ਹਨ, ਬੜੀਆਂ ਬੜੀਆਂ ਸਿਆਣਪਾਂ ਵਾਲੇ ਨੇ। ਕਿਹਨਾਂ ਨੂੰ ਪਰਮਾਤਮਾ ਮਿਲਦਾ ਹੈ? ਅਕਾਲ ਪੁਰਖ ਵਾਹਿਗੁਰੂ ਕਿਹਨਾਂ ਤੇ ਖੁਸ਼ ਹੁੰਦਾ ਹੈ? ਕਿਹਨਾਂ ਦੀ ਮਹਾਰਾਜ ਕਹਿੰਦੇ ਭਾਵਨਾ ਕਿਹਨਾਂ ਦੀ ਭਾਵਦੀ ਹੈ? ਤੇ ਹਜੂਰ ਨੇ ਉਚਾਰਨ ਕੀਤਾ, ਗੁਰਸਿੱਖੋ, ਜਿਸ ਹਿਰਦੇ ਅੰਦਰ ਸੱਚਾ ਪਿਆਰ ਹੋਵੇ ਨਾ ਪਰਮਾਤਮਾ ਦੇ ਚਰਨਾਂ ਦਾ, ਅਸਲ ਵਿੱਚ ਉਹਦੀ ਭਾਵਨਾ ਹੀ ਪਰਮਾਤਮਾ ਨੂੰ ਭਾਉਂਦੀ ਹੈ। ਉਸ ਮਨੁੱਖ ਦੇ ਕਮਾਈ ਹੋਏ ਕਰਮ ਧਰਮ ਸਫਲੇ ਹੁੰਦੇ ਆ ਜੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕਰਕੇ ਰੱਬ ਨੂੰ ਯਾਦ ਕਰਦਾ। ਜੇ ਕੇਵਲ ਬੱਧਾ ਚੱਟੀ ਭਰਦਾ ਹੈ, ਤੇ ਮਹਾਰਾਜ ਨੇ ਉਚਾਰਨ ਕੀਤਾ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਭਾਵੇਂ ਕੋਈ ਮਹਾਰਾਜ ਕਹਿੰਦੇ ਰਾਗੀ ਵੀ ਸਿਰੇ ਦਾ ਹੋਵੇ, ਕੋਈ ਗਾਵੇ ਰਾਗੀ ਨਾਦੀ ਬੇਦੀ, ਭਾਵੇਂ ਕੋਈ ਰਾਗੀ ਵੀ ਸਿਰੇ ਦਾ ਹੋਵੇ ਕਿ ਬੜੀ ਰਾਗ ਵਿਦਿਆ ਵਿੱਚ ਨਿਪੁੰਨਤਾ ਹੋਵੇ ਕਿ ਬਹੁਤ ਵੱਡਾ ਮੈਂ ਰਾਗੀ ਹਾਂ, ਪਰ ਜੇ ਹਿਰਦੇ ਅੰਦਰ ਪਿਆਰ ਨਹੀਂ ਪਰਮਾਤਮਾ ਦੇ ਚਰਨਾਂ ਦਾ, ਕੇਵਲ ਵਿਖਾਵੇ ਮਾਤਰ ਹੀ ਰਾਗ ਵਿਦਿਆ ਗਾਇਨ ਕਰੀ ਜਾਂਦਾ ਹੈ, ਤੇ ਮਹਾਰਾਜ ਕਹਿੰਦੇ ਉਹਦੇ ਤੇ ਵੀ ਪਰਮਾਤਮਾ ਦੀ ਪ੍ਰਸੰਨਤਾ ਨਹੀਂ ਹੁੰਦੀ। ਕੋਈ ਗਾਵੇ ਰਾਗੀ ਨਾਦੀ, ਨਾਦੀ ਕਹਿੰਦੇ ਨੇ ਨਾਦ ਨੂੰ, ਧੁਨਾਂ ਨੂੰ ਪ੍ਰਗਟ ਕਰਨ ਵਾਲੇ। ਕੋਈ ਤੰਤੀ ਸਾਜ਼ਾਂ ਦੇ ਬੜੇ ਸਾਧ ਸੰਗਤ ਜੀ ਮੰਨੇ ਪਰਮੰਨੇ ਵਿਦਵਾਨ ਪੁਰਖ ਹੁੰਦੇ ਆ, ਪਰ ਜੇ ਹਿਰਦੇ ਅੰਦਰ ਪਿਆਰ ਨਹੀਂ ਹੈ, ਸੰਸਾਰ ਦੇ ਅੰਦਰ ਲੋਕਾਂ ਨੂੰ ਭਾਵੇਂ ਪ੍ਰਸੰਨ ਕਰ ਲਵੇਗਾ ਕਿ ਬੜੀ ਰਾਗ ਵਿਦਿਆ, ਬੜੀ ਇਹਦੇ ਕੋਲ ਤੰਤੀ ਸਾਜ਼ਾਂ ਦੀ ਵਿਦਿਆ, ਪਰ ਪਰਮੇਸ਼ਰ ਦੀ ਖੁਸ਼ੀ ਤਾਂ ਨਹੀਂ ਨਾ ਪ੍ਰਾਪਤ ਕਰ ਸਕਦਾ। ਫਿਰ ਵੇਦਾਂ ਦਾ ਭਾਵੇਂ ਸਿਰੇ ਦਾ ਪਾਠੀ ਹੋਵੇ, ਵੇਦਾਂ ਦੇ ਵਿਆਕਰਨਾਂ ਨੂੰ ਜਾਣਦਾ ਹੋਵੇ, ਮਹਾਰਾਜ ਕਹਿੰਦੇ ਹਨ ਕੋਈ ਰਾਵ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਤੇ ਬਹੁਤੀ ਤਰ੍ਹਾਂ ਕਰਕੇ ਭਾਵੇਂ ਸ਼ਾਸਤਰਾਂ ਦਾ ਗਿਆਨਵਾਨ ਵੀ ਕਿਉਂ ਨਾ ਹੋਵੇ, ਕਹੀ ਜਾਵੇ ਕਿ ਮੈਨੂੰ 6 ਸ਼ਾਸਤਰ ਸਾਰੇ ਦੇ ਸਾਰੇ ਕੰਠ ਹੈ, ਮੇਰੀ ਰਸਨਾ ਤੇ ਵਸਦੇ ਹੈ, ਸਭ ਦਾ ਮੈਂ ਪਾਠ ਜਾਣਦਾ, ਫਿਰ ਸ਼ਾਸਤਰਾਂ ਦੇ ਵਿਚਲਾ ਗਿਆਨ ਵੀ ਭਾਵੇਂ ਕੋਈ ਜਾਣਦਾ ਹੋਵੇ। ਨਹੀਂ ਹਰ ਹਰ ਭੀਜੈ ਰਾਮ ਰਾਜੇ। ਇਹ ਗੁਰਸਿੱਖੋ, ਪਰਮਾਤਮਾ ਉਹਨਾਂ ਤੇ ਭੇਜਦਾ ਨਹੀਂ, ਪ੍ਰਸੰਨ ਨਹੀਂ ਹੁੰਦਾ, ਪਰਮੇਸ਼ਰ ਦਾ ਮਨ ਉਹਨਾਂ ਦੇ ਅੰਦਰ ਭੇਜਦਾ ਹੀ ਨਹੀਂ ਹੈ। ਭਾਵੇਂ ਮਹਾਰਾਜ ਕਹਿੰਦੇ ਕੋਈ ਰਾਗੀ ਹੋਵੇ, ਵੇਦਾਂ ਦਾ ਪਾਠ ਕਰਨ ਵਾਲਾ ਹੋਵੇ, ਤੰਤੀ ਸਾਜ਼ਾਂ ਨੂੰ ਜਾਣਨ ਵਾਲਾ ਹੋਵੇ, ਬੜਾ ਸ਼ਾਸਤਰ ਗਿਆਨ ਨੂੰ ਪਾਉਣ ਵਾਲਾ ਹੋਵੇ, ਪਰ ਅਕਾਲ ਪੁਰਖ ਵਾਹਿਗੁਰੂ ਕਦੇ ਉਹਨਾਂ ਤੇ ਪ੍ਰਸੰਨ ਨਹੀਂ ਹੁੰਦਾ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਕਪਟ ਤੇ ਵਿਕਾਰ ਔਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ, ਔਗੁਣਾਂ ਨੂੰ ਛੱਡਦੇ ਨਹੀਂ, ਸ਼ੁਭ ਗੁਣਾਂ ਨੂੰ ਗ੍ਰਹਿਣ ਨਹੀਂ ਕਰਦੇ, ਤੇ ਹਿਰਦੇ ਅੰਦਰ ਛਲ ਧਾਰਨ ਕੀਤਾ ਹੋਇਆ ਹੈ, ਲੋਕਾਂ ਦੇ ਅੱਖੀਂ ਕੱਟਾ ਪਾਉਣ ਦੇ ਵਾਸਤੇ ਬਾਹਰੋਂ ਭੇਖ ਬਣਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਕਪਟੀ ਜੀਵ ਹੈ ਨਾ, ਜਿਨ੍ਹਾਂ ਨੇ ਹਿਰਦੇ ਅੰਦਰ ਛਲ ਤੇ ਵਿਕਾਰਾਂ ਨੂੰ ਧਾਰਿਆ ਹੈ, ਉਹਨਾਂ ਦਾ ਰੋਇਆ ਹੋਇਆ ਭਲਾ ਕਿਸ ਕੰਮ ਹੈ? ਕਿਸੇ ਕੰਮ ਨਹੀਂ ਹੈ। ਹਾਂ, ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਵਾਸਤੇ ਭਾਵੇਂ ਬੜਾ ਵੈਰਾਗੀ ਬਣ ਕੇ ਦੱਸਣਗੇ ਕਿ ਮੈਨੂੰ ਵੈਰਾਗ ਬੜਾ ਆਉਂਦਾ ਹੈ, ਪਰ ਮਹਾਰਾਜ ਕਹਿੰਦੇ ਅੰਦਰ ਦੇ ਵਿਕਾਰ ਤਾਂ ਨਹੀਂ ਨਾ ਛੱਡੇ, ਔਗੁਣਾਂ ਦਾ ਨਹੀਂ ਨਾ ਤਿਆਗ ਕੀਤਾ,
ਹਿਰਦੇ ਅੰਦਰ ਛਲ ਧਾਰਨ ਕਰਕੇ ਲੋਕਾਂ ਦੀ ਅੱਖੀ ਘੱਟਾ ਪਾਈ ਜਾ ਰਿਹਾ ਹੈ। ਕਈ ਤਾਂ ਸਾਧ ਸੰਗਤ ਜੀ ਐਸੇ ਭੇਖਧਾਰੀ ਪਖੰਡੀ ਇਸ ਸੰਸਾਰ ਦੇ ਅੰਦਰ ਤਾਰਬੀਨ ਦਾ ਤੇਲ ਲਾ ਕੇ ਅੱਖਾਂ ਨੂੰ ਤੇ ਬੜਾ ਵੈਰਾਗੀ ਬਣ ਕੇ ਦਿਖਾਉਂਦੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਉਹਨਾਂ ਦਾ ਰੋਇਆ ਹੋਇਆ ਵੀ ਕਿਸੇ ਕੰਮ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਵੇਂ ਕੋਈ ਕਿੰਨੀ ਵੀ ਰਾਗ ਵਿਦਿਆ, ਕੋਈ ਵੇਦਾਂ ਦਾ ਅਭਿਆਸੀ ਹੋਵੇ, ਸ਼ਾਸਤਰਾਂ ਦਾ ਗਿਆਨਕਾਰ ਹੋਵੇ, ਪਰ ਹਿਰਦੇ ਅੰਦਰ ਜੀ ਸੱਚਾ ਪਿਆਰ ਨਹੀਂ ਹੈ ਤੇ ਪ੍ਰਮਾਤਮਾ ਨੂੰ ਕਦੇ ਪ੍ਰਸੰਨ ਨਹੀਂ ਕਰ ਸਕਦਾ। ਹਰ ਕਰਤਾ ਸਭ ਕਿਛ ਜਾਣਦਾ। ਮਹਾਰਾਜ ਕਹਿੰਦੇ, ਗੁਰਸਿੱਖੋ ਪ੍ਰਮਾਤਮਾ ਸ੍ਰਿਸ਼ਟੀ ਦਾ ਕਰਤਾ ਹੈ, ਸਭ ਨੂੰ ਬਣਾਉਣ ਵਾਲਾ ਹੈ ਤੇ ਫਿਰ ਸਭ ਦੇ ਅੰਦਰ ਦੀ ਜਾਣਦਾ ਵੀ ਆਪ ਹੈ, ਕਿਉਂਕਿ ਉਹ ਜੀਵ ਤੋਂ ਦੂਰ ਥੋੜ੍ਹਾ ਹੈ। ਜੇ ਸ੍ਰਿਸ਼ਟੀ ਨੂੰ ਬਣਾਇਆ ਹੈ, ਛੋਟੇ ਵੱਡੇ ਆਕਾਰਾਂ ਦੇ ਜੀਵਾਂ ਨੂੰ ਪੈਦਾ ਕੀਤਾ ਹੈ, ਘਾੜਤ ਨੂੰ ਘੜਿਆ ਹੈ, ਤੇ ਫਿਰ ਜੋਤ ਰੂਪ ਹੋ ਕੇ ਵਿੱਚ ਬੈਠਾ ਵੀ ਪਰਮੇਸ਼ਰ ਆਪ ਹੀ ਹੈ ਨਾ। ਜੇ ਅੰਦਰ ਹੋ ਕਰਕੇ ਬੈਠਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਰ ਭਲਾ ਕਿਵੇਂ ਪ੍ਰਮਾਤਮਾ ਦੀ ਅੱਖੀ ਕੱਟਾ ਪਾ ਲਵੇਗਾ। ਲੋਕਾਂ ਨੂੰ ਤੇ ਭਰਮਾ ਸਕਦਾ ਹੈ, ਉਹ ਤੇਰੇ ਬਾਹਰੀ ਤੌਰ ਤੇ ਬਾਹਰ ਦਾ ਲਿਬਾਸ ਦੇਖ ਲੈਂਦੇ, ਅੰਦਰ ਦੀ ਜਾਣ ਨਹੀਂ ਸਕਦੇ, ਪਰ ਪਰਮੇਸ਼ਰ ਤਾਂ ਤੇਰੇ ਅੰਦਰ ਦੀ ਜਾਣਦਾ, ਹਰ ਕਰਤਾ ਸਭ ਕੁਛ ਜਾਣਦਾ। ਪਰਮੇਸ਼ਰ ਤੇਰੇ ਅੰਦਰ ਦੀ ਜਾਣਦਾ, ਹਰ ਇੱਕ ਹਰਕਤ ਨੂੰ ਪਹਿਚਾਣਦਾ। ਜੋ ਵੀ ਮਨ ਦੇ ਅੰਦਰ ਮੰਦਾ ਸੋਚਦਾ ਹੈ, ਚੰਗਾ ਸੋਚਦਾ ਹੈ, ਕਿਸੇ ਦਾ ਭਲਾ ਚਿਤਵਦਾ ਹੈ, ਕਿਸੇ ਦਾ ਬੁਰਾ ਚਿਤਵਦਾ ਹੈ, ਚੰਗੇ ਚਾਹੇ ਮੰਦੇ ਕਰਮ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ, ਕਰਨਹਾਰਾ ਪਰਮੇਸ਼ਰ ਸਭ ਕੁਝ ਜਾਣਦਾ, ਹਰ ਸਮੇਂ ਤੈਨੂੰ ਦੇਖਦਾ, ਹਰ ਸਮੇਂ ਸੁਣਦਾ ਪਿਆ ਹੈ। ਸਿਰ ਰੋਗ ਹੱਥ ਦੀਜੈ। ਤੇ ਜਿਹੜੇ ਐਸੇ ਛਲ ਕਰਨ ਵਾਲੇ ਕਪਟੀਏ ਜੀਵ ਹੁੰਦੇ ਆ ਨਾ, ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਸਿਰ ਤੇ ਰੋਗ ਦਿੰਦਾ, ਵੱਡੇ ਵੱਡੇ ਰੋਗ ਪਰਮਾਤਮਾ ਉਹਨਾਂ ਦੇ ਸਿਰ ਪਾ ਦਿੰਦਾ, ਫਿਰ ਇਹਨਾਂ ਨੂੰ ਰੋਗੀ ਬਣਨਾ ਪੈਂਦਾ। ਲੋਕਾਂ ਦੇ ਅੱਖੀ ਕੱਟਾ ਪਾਉਣ ਵਾਲੇ ਜਿਹੜੇ ਸੰਸਾਰ ਦੇ ਜੀਵ ਹੈ, ਝੂਠ ਬੋਲ ਕਰਕੇ ਲਿਆ ਹੋਇਆ ਸੁੱਖ ਬਹੁਤਾ ਸਮਾਂ ਨਹੀਂ ਸਾਧ ਸੰਗਤ ਜੀ ਰਹਿਣਾ ਕਰਦਾ, ਕਿਉਂਕਿ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇ, ਤੇ ਪੈਰਾਂ ਤੋਂ ਬਿਨਾਂ ਬੰਦਾ ਕਿੰਨਾ ਕੁ ਸਮਾਂ ਟਿਕ ਸਕਦਾ ਹੈ, ਕਿੰਨਾ ਕੁ ਸਮਾਂ ਖਲੋ ਸਕਦਾ, ਬਹੁਤਾ ਸਮਾਂ ਨਹੀਂ ਟਿਕ ਸਕਦਾ। ਤੇ ਇਸ ਕਰਕੇ ਹਜੂਰ ਨੇ ਉਚਾਰਨ ਕੀਤਾ, ਸਿਰ ਰੋਗ ਹੱਥ ਦੀਜੈ। ਜਿਹੜਾ ਸੰਸਾਰ ਨੂੰ ਵਿਖਾਵੇ ਮਾਤਰ ਲੋਕਾਂ ਦੇ ਅੱਖੀ ਘੱਟਾ ਪਾ ਕਰਕੇ ਵਡਿਆਈ ਮਾਣ ਸੁੱਖ ਪ੍ਰਾਪਤ ਕੀਤਾ, ਉਹ ਕਿੰਨਾ ਕੁ ਸਮਾਂ ਟਿਕੇਗਾ, ਬਹੁਤਾ ਸਮਾਂ ਨਹੀਂ ਟਿਕਣ ਵਾਲਾ। ਇਸ ਕਰਕੇ ਪ੍ਰਮਾਤਮਾ ਉਹਨਾਂ ਦੇ ਸਿਰ ਰੋਗ ਜਿਹੜਾ ਹੈ ਮੜ ਦਿੰਦਾ, ਸਿਰ ਰੋਗ ਹੱਥ ਦੀਜੈ, ਔਰ ਉਹਨਾਂ ਦਾ ਸਿਰ ਰੋਗਾਂ ਦੇ ਹੱਥੀਂ ਦੇ ਦਿੰਦਾ। ਕਦੇ ਕੋਈ ਰੋਗ ਆ ਕੇ ਚੰਬੜ ਗਿਆ, ਕਦੇ ਕੋਈ ਰੋਗ ਆ ਕਰਕੇ ਚੰਬੜ ਜਾਂਦਾ। ਜਿਹੜਾ ਝੂਠੇ ਦਾ ਵਿਖਾਵਾ ਕਰ ਕਰਕੇ ਸੰਸਾਰ ਦੇ ਅੰਦਰ ਜੀਵਾਂ ਨੂੰ ਗੁੰਮਰਾਹ ਕਰਦਾ ਹੈ। ਤੇ ਸਾਧ ਸੰਗਤ ਜੀ, ਸਿਰ ਰੋਗ ਹੱਥ ਦੀਜੈ। ਅੰਤਰੀ ਭਾਵ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹੋ ਜੇਕਰ ਆਪਣਾ ਮਨ ਰੂਪੀ ਹੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਵੇ, ਮਹਾਰਾਜ ਜੀ ਨੂੰ ਫੜਾ ਦੇਵੇ, ਜਿਵੇਂ ਪ੍ਰਤੱਖ ਕੋਈ ਆਪਣਾ ਹੱਥ ਰੋਗ ਪਤਾ ਲਗਾਉਣ ਦੇ ਵਾਸਤੇ ਨਬਜ਼ ਜਿਹੜੀ ਡਾਕਟਰ ਨੂੰ, ਵੈਦ ਨੂੰ, ਹਕੀਮ ਨੂੰ ਜਾ ਕਰਕੇ ਫੜਾਉਂਦਾ ਕਿ ਡਾਕਟਰ ਸਾਹਿਬ, ਇਹ ਵੈਦ ਜੀ ਆ ਮੇਰੀ ਨਬਜ਼ ਫੜ ਕੇ ਦੇਖੋ ਮੈਨੂੰ ਰੋਗ ਕੀ ਹੈ। ਹੁਣ ਤਾਂ ਭਾਵੇਂ ਕਿੰਨੇ ਸਾਧ ਸੰਗਤ ਜੀ ਜੋ ਮਸ਼ੀਨਾਂ ਆ ਗਈਆਂ, ਨਵਾਂ ਯੁੱਗ ਹੈ ਟੈਸਟ ਕਰਨ ਦੇ ਵਾਸਤੇ, ਪਰ ਪਹਿਲਾਂ ਜਿਹੜੇ ਹਕੀਮ ਸਨ ਨਬਜ਼ ਵੇਖ ਕੇ ਫੜ ਕਰਕੇ ਹੀ ਦੱਸ ਦਿੰਦੇ ਬੰਦੇ ਨੂੰ ਰੋਗ ਕੀ ਹੈ, ਕਿਸ ਕਾਰਨ ਕਰਕੇ ਇਹ ਦੁਖੀ ਹੋ ਰਿਹਾ ਹੈ, ਕਿਸ ਕਾਰਨ ਕਰਕੇ ਇਹਨੂੰ ਆਰਾਮ ਨਹੀਂ ਆਉਂਦਾ ਪਿਆ। ਨਬਜ਼ ਫੜ ਕੇ ਹੀ ਸਾਰੇ ਸਰੀਰ ਦੇ ਰੋਗਾਂ ਨੂੰ ਦੱਸ ਦਿੰਦੇ ਸਨ। ਤੇ ਹਜੂਰ ਕਹਿੰਦੇ ਹਨ, ਜੇਕਰ ਮਨ ਰੂਪੀ ਹੱਥ ਸਤਿਗੁਰੂ ਰੂਪੀ ਵੈਦ ਦੇ ਕੋਲ ਫੜਾ ਦੇਵੇ ਨਾ, ਤੇ ਮਹਾਰਾਜ ਦੱਸ ਦਿੰਦੇ ਹੈ, ਹੇ ਜੀਵ ਤੇਰੇ ਸਿਰ ਹੰਕਾਰ ਦਾ ਭਿਆਨਕ ਰੋਗ ਚੜ੍ਹਿਆ ਹੋਇਆ ਹੈ, ਹਉਮੈ ਦੀਰਘ ਰੋਗ ਹੈ, ਬੜਾ ਭਿਆਨਕ ਰੋਗ ਹੈ, ਜਿਸ ਕਰਕੇ ਤੂੰ ਦੁਖੀ ਹੋ ਰਿਹਾ ਹੈ। ਬਾਰ-ਬਾਰ ਜੰਮਣ ਮਰਨ ਦਾ ਦੁੱਖਾਂ ਵਿੱਚ ਤੈਨੂੰ ਪੈਣਾ ਪੈ ਰਿਹਾ ਹੈ, ਬਾਰ-ਬਾਰ ਸੰਸਾਰ ਦੀ ਭਟਕਣਾ ਵਿੱਚ ਪੈ ਕਰਕੇ ਤੈਨੂੰ ਦਰ-ਦਰ ਤੇ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਪੂਰੇ ਸਤਿਗੁਰੂ ਜੀ ਵੈਦ ਰੂਪ ਹਨ, ਪਰ ਇਹ ਜੀਵ ਆਪਣਾ ਮਨ ਰੂਪੀ ਹੱਥ ਜੇ ਫੜਾਵੇ ਤਾਂ ਹੀ ਸਮਝ ਪਵੇ ਨਾ। ਇਹ ਬਾਰ-ਬਾਰ ਬਾਹਰ ਨੂੰ ਭੱਜੂ ਕਰਦਾ ਰਹਿੰਦਾ ਹੈ, ਦਰ-ਦਰ ਤੇ ਠੋਕਰਾਂ ਖਾਂਦਾ ਫਿਰਦਾ ਹੈ। ਪੂਰੇ ਸਤਿਗੁਰੂ ਜੀ ਰੂਪੀ ਵੈਦ ਦੇ ਕੋਲ ਆ ਕਰਕੇ ਆਪਣਾ ਮਨ ਰੂਪੀ ਹੱਥ ਫੜਾਉਂਦਾ ਹੀ ਨਹੀਂ ਹੈ।
ਤਾਂ ਹੀ ਤਾਂ ਸਮਝ ਨਹੀਂ ਪੈਂਦੀ, ਤਾਂ ਹੀ ਬਾਹਰੋਂ ਤਾਂ ਭਾਵੇਂ ਕਹੀ ਜਾਂਦਾ ਕਿ ਮੈਂ ਬੜਾ ਨਿਮਰਤਾਵਾਨ ਆ, ਤੇ ਮੇਰੇ ਵਰਗਾ ਕੌਣ ਹੈ ਜਿਹਦੇ ਅੰਦਰ ਇੰਨੀ ਨਿਮਰਤਾ ਹੈ। ਪਰ ਸਿਰੇ ਦਾ ਹੰਕਾਰੀ ਅੰਦਰੋਂ ਹੁੰਦਾ, ਹੰਕਾਰ ਦੇ ਨਾਲ ਭਰਿਆ ਹੁੰਦਾ, ਤੇ ਬਾਹਰੋਂ ਕਹੀ ਜਾਂਦਾ ਜੀ ਮੈਂ ਬੜਾ ਨਿਮਰਤਾਵਾਨ, ਝੁਕ ਝੁਕ ਕੇ ਬੜੀਆਂ ਨਮਸਕਾਰਾਂ ਕਰਦਾ, ਬੜਾ ਝੁਕ ਕਰਕੇ ਹਰ ਇੱਕ ਨੂੰ ਫਤਿਹ ਬੁਲਾਊਗਾ, ਸਤਿ ਸ੍ਰੀ ਅਕਾਲ ਕਹੂਗਾ, ਪਰ ਅੰਦਰੋਂ ਸਿਰੇ ਦਾ ਹੰਕਾਰੀ ਹੁੰਦਾ। ਪਰ ਇਹ ਜਿਹੜਾ ਰੋਗ ਹੈ, ਜਿਵੇਂ ਰੋਗੀ ਬੰਦੇ ਨੂੰ ਆਪ ਨਹੀਂ ਨਾ ਪਤਾ ਹੁੰਦਾ ਕਿ ਮੈਨੂੰ ਰੋਗ ਕਿਹੜਾ ਲੱਗਾ, ਮਨ ਚੈਨ ਨਹੀਂ ਮਿਲਦਾ, ਮਨ ਨੂੰ ਆਰਾਮ ਨਹੀਂ ਮਿਲਦਾ, ਸ਼ਾਂਤ ਨਹੀਂ ਹੁੰਦਾ, ਪਰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਸ ਕਾਰਨ ਕਰਕੇ ਮੈਨੂੰ ਚੈਨ, ਮੈਨੂੰ ਆਰਾਮ ਨਹੀਂ ਮਿਲਦਾ ਪਿਆ, ਕਿਸ ਕਾਰਨ ਕਰਕੇ ਮੈਂ ਦੁਖੀ ਹੋ ਰਿਹਾ ਹਾਂ। ਜੇ ਵੈਦ ਕੋਲ ਜਾਵੇਗਾ ਤਾਂ ਹੀ ਜੀਵ ਨੂੰ ਸਮਝ ਪਵੇ। ਤੋ ਇਸ ਲਈ ਮਹਾਰਾਜ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ। ਮਨ ਰੂਪੀ ਹੱਥ ਹੈ ਜੀਵ ਸਤਿਗੁਰੂ ਜੀ ਦੇ ਕੋਲ ਆ ਕਰਕੇ ਫੜਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜੈਸਾ ਕੋਈ ਵੈਦ ਸੰਸਾਰ ਭਰ ਦੇ ਅੰਦਰ ਨਹੀਂ ਤੈਨੂੰ ਮਿਲਣ ਵਾਲਾ। ਜਿਹੜੇ ਸਤਿਗੁਰੂ ਜੀ ਵਿਕਾਰਾਂ ਰੂਪੀ ਰੋਗਾਂ ਨੂੰ ਵੀ ਗ੍ਰਸ ਲੈਂਦੇ ਹੈ, ਅਭਾਵ ਕਰ ਦਿੰਦੇ ਨੇ, ਤੇ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਨ ਰੂਪੀ ਹੱਥ ਆਪਣਾ ਫੜਾਉਣਾ ਕਰ। ਗਰੀਬ ਨਵਾਜ ਸਤਿਗੁਰੂ ਜੀ ਤੈਨੂੰ ਸੋਝੀ ਬਖਸ਼ਿਸ਼ ਕਰਨਗੇ, ਮਹਾਰਾਜ ਸਾਹਿਬ ਜੀ ਤੈਨੂੰ ਚੰਗਾ ਅਕਲਵਾਨ ਬਣਾ ਦੇਣਗੇ। ਹੈ ਜੀਵਾ, ਤੇਰੇ ਅੰਦਰ ਹਉਮੈ ਦਾ, ਹੰਕਾਰ ਦਾ ਭਿਆਨਕ ਰੋਗ, ਇਸ ਕਰਕੇ ਤੈਨੂੰ ਆਰਾਮ ਨਹੀਂ ਮਿਲਦਾ ਪਿਆ, ਇਸ ਕਰਕੇ ਤੈਨੂੰ ਆਤਮਿਕ ਸੁੱਖ ਨਹੀਂ ਪ੍ਰਾਪਤ ਹੁੰਦਾ ਪਿਆ। ਤੇ ਫਿਰ ਮਹਾਰਾਜ ਕੋਈ ਦਵਾ ਦਾਰੂ ਦਿਓ, ਤੇ ਸਤਿਗੁਰੂ ਜੀ ਨਾਮ ਦਾ ਦਾਰੂ ਦੇ ਕਰਕੇ ਜੀਵ ਦੇ ਵਿਕਾਰਾਂ ਰੂਪੀ ਰੋਗਾਂ ਨੂੰ ਦੂਰ ਕਰ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਜਿਨਾ ਨਾਨਕ ਗੁਰਮੁਖ ਹਿਰਦਾ ਸੁਧ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ, ਜਿਨ੍ਹਾਂ ਦਾ ਹਿਰਦਾ ਪਰਮਾਤਮਾ ਨੇ ਕਿਰਪਾ ਕਰਕੇ ਸੁਧ ਕਰ ਦਿੱਤਾ ਹੈ, ਹਿਰਦੇ ਦੀ ਨਿਰਮਲਤਾ ਕਰ ਦਿੱਤੀ ਹੈ, ਜੀਵ ਦੇ ਵਿਕਾਰ ਔਗਣ ਸਭ ਹਿਰਦਿਓਂ ਦੂਰ ਕਰ ਦਿੱਤੇ ਹਨ। ਹਰ ਭਗਤ ਹਰ ਲੀਜੈ। ਤਿਨਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਸਤਿਗੁਰੂ ਜੀ ਤੋਂ ਪ੍ਰਾਪਤ ਕੀਤੀ ਹੈ। ਹਰ ਭਗਤ ਹਰ ਲੀਜੈ। ਹਰੀ ਅਕਾਲ ਪੁਰਖ ਪ੍ਰਮਾਤਮਾ ਤੋਂ ਤਿਨਾਂ ਨੇ ਅਰਦਾਸਾਂ ਕਰ ਕਰਕੇ, ਬੇਨਤੀਆਂ ਕਰ ਕਰਕੇ ਪ੍ਰੇਮਾ ਭਗਤੀ ਦੀ ਦਾਤ ਲਈ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਨੇ ਨਿਰਮਲਤਾਈ ਬਖਸ਼ਿਸ਼ ਕਰ ਦਿੱਤੀ ਹੈ, ਹਿਰਦਾ ਸ਼ੁੱਧ ਨਾ ਹੋਣੇ ਕਰਕੇ ਸਾਧ ਸੰਗਤ ਜੀ ਸੰਸਾਰ ਦੀਆਂ ਦਾਤਾਂ ਹਰ ਸਮੇਂ ਮਨੁੱਖ ਮੰਗਦਾ ਰਹਿੰਦਾ, ਸੰਸਾਰ ਦੇ ਸੁੱਖ ਹਰ ਸਮੇਂ ਲੋੜਦਾ ਰਹਿੰਦਾ ਕਿ ਮੈਨੂੰ ਇਹ ਵੀ ਸੁੱਖ ਮਿਲ ਜਾਵੇ, ਆਹ ਵੀ ਸੁੱਖ ਮਹਾਰਾਜ ਮੈਨੂੰ ਦੇ ਦੇਵੋ। ਪਰ ਜਦੋਂ ਹਿਰਦਾ ਸ਼ੁੱਧ ਹੋ ਜਾਂਦਾ ਹੈ ਨਾ, ਫਿਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਦਾਤ ਨਹੀਂ ਮੰਗਦਾ। ਫਿਰ ਜੀਵ ਨੂੰ ਸੋਝੀ ਆ ਜਾਂਦੀ, ਸਮਝ ਪੈ ਜਾਂਦੀ ਹੈ ਕਿ ਇਹ ਪ੍ਰਮਾਤਮਾ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਸਾਰੇ ਸੰਸਾਰ ਦੇ ਅੰਦਰ ਦੇਖ ਲਿਆ, ਝਾਤ ਮਾਰ ਕਰਕੇ ਸਭ ਥਾਵਾਂ ਤੇ ਫਿਰ ਕਰਕੇ ਦੇਖ ਲਿਆ, ਪਰ ਨਾਮ ਤੋਂ ਬਿਨਾਂ ਕੋਈ ਵੀ ਸਾਨੂੰ ਸੁਖੀ ਮਨੁੱਖ ਨਹੀਂ ਨਜ਼ਰ ਆਇਆ। ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ, ਜਦੋਂ ਜੀਵ ਨੂੰ ਸੋਝੀ ਆ ਜਾਂਦੀ ਹੈ ਨਾ, ਫਿਰ ਪ੍ਰਮਾਤਮਾ ਤੋਂ ਸਿਮਰਨ ਦੀ ਦਾਤ ਹੀ ਮੰਗਦਾ। ਹਜ਼ੂਰ ਨੇ ਉਚਾਰਨ ਕੀਤਾ ਭਗਤ ਰਸਨਾ ਦੁਆਰਾ, ਕਬੀਰ ਹਰ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਿ ਨਾ ਡੋਲਈ, ਜਿਸ ਰਾਖੈ ਸਿਰਜਨਹਾਰ। ਮਹਾਰਾਜ ਕਹਿੰਦੇ ਉਹ ਫਿਰ ਕਦੇ ਵੀ ਡਗਮਗਾਉਂਦਾ ਨਹੀਂ, ਹਿਰਦੇ ਕਰਕੇ ਅਡੋਲ ਹੋ ਜਾਂਦਾ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ, ਉਹ ਇਹੋ ਹੀ ਬਾਰ-ਬਾਰ ਦਾਤਾ ਮੰਗਦੇ ਨੇ। ਮਹਾਰਾਜ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। हे ਮਹਾਰਾਜ ਕਿਰਪਾ ਕਰੋ, ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰੋ। ਸੰਤੋਖੀ ਪੁਰਖ ਜੈਸਾ ਕੋਈ ਵੀ ਸੰਸਾਰ ਦੇ ਅੰਦਰ ਬੰਦਾ ਸੁਖੀ ਨਹੀਂ ਹੈ। ਭਾਵੇਂ ਵੱਡਾ ਸ਼ਾਹੂਕਾਰ ਬਣ ਜਾਂਦਾ ਹੈ, ਭਾਵੇਂ ਕੋਈ ਚੱਕਰਵਰਤੀ ਰਾਜਾ ਮਹਾਰਾਜਾ ਬਾਦਸ਼ਾਹ ਵੀ ਬਣ ਜਾਂਦਾ ਹੈ, ਪਰ ਜਿੰਨਾ ਸੁਖ ਸੰਤੋਖੀ ਜੀਵ ਦੇ ਹਿਰਦੇ ਅੰਦਰ ਹੁੰਦਾ ਹੈ, ਉਹਨਾਂ ਸੁਖ ਕੋਈ ਵੱਡੇ ਵੱਡੇ ਧਨ ਪਦਾਰਥਾਂ ਵਾਲੇ ਨੂੰ ਵੀ ਕਦੇ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਸੋਝੀ ਬਖਸ਼ੀ ਹੈ ਨਾ, ਉਹ ਫਿਰ ਕੇਵਲ ਨਾਮ ਦੀ ਦਾਤ ਮੰਗਦੇ ਆ। ਮੰਗ ਨਾ ਮੰਗਨ ਨਿਕਾ, ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਸਭ ਤੋਂ ਸ਼੍ਰੋਮਣੀ ਤੇ ਪਰਮਦਾਰ ਤੁਹਾਡੇ ਨਾਮ ਦੀ ਹੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ।
तिन्हां ने परमेश्वर की भगती परमात्मा तो मंगी है। महाराज प्रेमा भगती की दात देना करो। आसा महला चौथा। जिन अंतर हर हर प्रीत है। सतगुरु रामदास साहिब महाराज फरमाउंदे ने, जिन्हां दे हिरदे अंदर परमात्मा के चरणों की प्रीत लगी है, तन करके मन करके परमात्मा के चरणों का प्यार लग गया है। ओ महाराज कहते शास्त्रां करके सुगड़ हन और ते जन सुगड़ सियाणे राम राजे। वेदां करके भी महाराज कहते सियाणे है, ਜਾਂ फिर संसाराकार करके जानो कि सुगड़ हन, ते फिर परमार्थक रस्ते ते चलण वास्ते भी बड़े सियाणे हन। परमात्मा ने तिन्हां नूं सियाणप दित्ती है कि किस ढंग दे नाल प्रेमा भगती दे मार्ग ते चलना है, किवें संसार दे बंधनां तो आज़ाद होना है, किवें अवगुणां नूं छड्ड करके शुभ गुणां नूं ग्रहण करना है। परमात्मा तिन्हां जीवां नूं सोझी बख्शिश कर दिंदा है। ते जन सुगड़ सियाणे राम राजे। हे प्यारे परमेश्वर जी, अकाल पुरख वाहिगुरू जी, जिन्होंने आप जी सोझी बख्शिश कर देंदे, अपने चरणों का प्यार हिरदे अंदर लगा देंदे हो। हजूर कहते हो शास्त्रां करके वेदां करके और धार्मिक ग्रंथां करके महाराज कहते बड़े सुगड़ बन जाते, बड़े सियाणे हो जाते हैं, जिन्होंने परमात्मा सोझी बख्शदा है। नहीं तो सत संगत जी उम्रां लंघ जांदियां, बंदे नूं अकल नहीं आउंदी जिंदगी भर। बिरध हो करके बुढ़ा हो करके भी नहीं कहता कि मैं गुरु वाला बन जावा। नहीं मन मनदा कि मैं नाम जपिया करा, संगत करिया करा, सेवा सिमरन करिया करा, होनी बैठ के माला फड़ के रब नूं चेते कर लवां ना। एक दी अगों चार चार सुणाउंदे। कई बार बजुर्ग बंदे नूं कहा जावे ना कि बाबा हुण तां नाम जप लै, हुण तां गुरु वाला बन जा, संगत विच आया कर, तेरा जीवन सवर जावेगा। पर एक दियां कई अगों सुणाउंदे ना जी ना, ही तां वेलियां दा काम है। सत संगत जी वडेरी उम्र भी भावें हो जावे, पर मनुख नूं अकल नहीं आउंदी जे परमात्मा ना देवे तां, समझ नहीं आउंदी जे परमात्मा सोझी नाम बख्शे तां। ते जे परमात्मा की दया हो जावे तो छोटी आरबला दे विच ही जीवन सोझी आ जाती है। जिवें बाबा बुढ़ा साहिब जी नूं परमात्मा ने बख्शी सी ना, छोटी आरबला धन गुरु नानक देव साहिब महाराज सच्चे पातशाही दे नाल मेल होया सी। ते हजूर दे वास्ते मक्खण लै करके आउणा ताज़ा ताज़ा, माता ने मक्खण कढ़ना ते साध संगत जी वो कटोरे विच लै करके आउणा, बड़े प्यार दे नाल सेवा करनी। ते हजूर ने त्रुट करके वचन कीता सी बाबा बुढ़ा साहिब जी नूं। धन गुरु नानक देव साहिब महाराज जगत गुरु बाबा जी ने कहा सी कि तुहाडा नाम की है? कहंदे जी मेरा नाम बूढ़ा है। बूढ़ा बाद विच प्रचलित होया है। महाराज जी के बचनों नाल बूढ़ा नाम सी पहला बाबा बुढ़ा साहिब जी का, इतिहास में जिक्र आउंदा है। ते हजूर ने वचन कीता, कहंदे तेरा नाम की बालक? कहंदा जी मेरा नाम बूढ़ा है। कहंदे तू बड़ी सेवा कीती है, मंग लै जो मंगना चाहुंदा है। ते कहंदा जी इको दात बख्शो, मेरा जीवन जिहड़ा ना सफल हो जावे, मैं जमा दे वस विच ना किते पै जावां। ये वचन सुन करके भाई बाला जी भाई मरदाना जी भी बड़े हैरान हुए। महाराज इन्नी छोटी जी आरबल है, छोटी जी उम्र है तो ज्ञान किन्ना है। तो फिर महाराज जी ने वचन भी किया, कहन लगे इन्नी छोटी उम्र दे विच ये ज्ञान तेनू कित्थों प्राप्त होया है, जिद्दां दी जिड्डी वड्डी तू दात मंगदा पिया। कहंदा जी मेरे मन के अंदर इहो विचार आई कि मेरी माँ चुल्हे दे विच अग बाल रही सी। जदों अग बाल ली तो मैं सामने देखदा पिया सां, वड्डियां लकड़ां रखीआं, उन्हां नूं अग नहीं सी लग रही, पर छोटियां लकड़ां जदों छोटियां छोटियां रखीआं छिलता उन्हां नूं छेती अग लग गई। तो जदों ये सब कुछ मैं अखां दे सामने देखिआ तो मैनूं सोझी आ गई कि साडी जिंदगी भी इस तरह की है। छोटियां अकड़ां नूं जिवें छेती अग लग गई, हो सकदा मेरी जिंदगी दे अंदर भी भावें जिहड़ी काल मौत रूपी अग छेती लग जावे। जे मैं नाम परमात्मा नूं याद कीता होवे ते छेती मौत दे मूँह विच पै जावां, काल दी लपेट विच आ जावां। ते महाराज जी ने बचन सुन करके मुस्करा के कहा सी, कहंदे बुढ़ियां वर्गियां बजुर्गां वर्गियां सियाणियां वर्गियां तू गल्लां करदा। ते हजूर ने वरदान भी दिता सी, मैं तैथों कदे ओले ना होसां।
कि हे बुढ़ा जी तुहाडे तो कदे ओला नहीं होवागा, जदों याद करोगे परतख। तो छेवें ਸਰੂਪ ਧੰਨ गुरु हरगोबिंद साहब महाराज सच्चे पातशाही के समय तक गुरु घर ਦੀਆਂ महान सेवावां ਨੂੰ ਨਿਭਾਇਆ। बाबा बुढ़ा साहब जी ने छोटी आरबला तो लै करके गुरु घर ਦੀਆਂ महान सेवावां ਨੂੰ ਨਿਭਾਇਆ। साध संगत जी बाबा बुढ़ा साहब जी के जीवन के अंदर जिक्र आउंदा कि जिहड़ी गुरता गद्दी दे तिलक लाउंदे सी ना, बाबा बुढ़ा जी रस्म करिया करदे सन। धन गुरु अंगद देव साहिब महाराज जी नूं, श्री गुरु अमरदास साहिब महाराज जी नूं, सतगुरु रामदास साहिब सच्चे पातशाह, धन गुरु अर्जन देव साहिब महाराज ते अखीर समय धन गुरु हरगोबिंद साहिब महाराज जी नूं गुरियाई दा तिलक बाबा बुढ़ा साहब जी ने ही लगाया सी। इतिहास विच जिक्र आउंदा है। जिन्हां नूं महाराज कहंदे परमात्मा सोझी बख्शिश कर दिंदा है, वो फिर एक चित हो के परमात्मा नूं याद करदे है, केवल परमात्मा के चरणों का प्यार मंगते हैं, वाहिगुरू के चरणों विचों नाम की दात मंगते हैं। ते जिस हिरदे अंदर सच्चा प्यार हुंदा है, जिन्हां नूं परमात्मा सोझी बख्शिश कर दिंदा है, महाराज कहते जे किते जिंदगी विच उन्हां तो कोई अस्त व्यस्त कोई बचन मुख तो निकल भी जाता है, कोई भूल चूक तिन्हां तो भुल जेकर कोई हो भी जाती है, फिर भी परमात्मा दी नज़रां विचों खरे हुंदे है। खरे तो भाव कि बंदा खरा है, सुभावक आपां बोलदे ने कि बंदा खरा है, खरे दा बंदा भाव मन विच कोई छल नहीं, कोई कपट नहीं, कोई भरम नहीं, इन्हें कोई भेख नहीं झूठा बनाया होया, खरा बंदा सच्ची गल करदा। खरा तो भाव सच्चा कह लईए कि बंदा सिरे दा सच्चा है, खरा बंदा है, इहदे विच कोई मिलावट नहीं है। ये लोकां नूं गुमराह नहीं करदा पिया, ये लोकां दी अखीं घट्टा नहीं पाउंदा पिया, खरा है। धन गुरु रामदास साहिब महाराज कहंदे हन, जे बाहर भुल चुक बोलदे भी खरे हर भाणे। परमात्मा की नज़रां विचों फिर भी खरे हन, सच्चे हन, भले हन, गुरमुख प्यारे हन, जिन्हां दे हिरदे अंदर परमात्मा के चरणों का प्यार है। बड़ी प्यारी गाथा है धन गुरु तेग बहादुर साहिब महाराज सच्चे पातशाह जी के समय की। भाई नत्था जी होए है जदों ढाके वाली दिशा वाल गए है ना महाराज पटना साहिब तो, धन गुरु तेग बहादुर साहिब सच्चे पातशाह जी, गुरु कलगीधर पिता महाराज जी का उस समय अवतार नहीं सी होया। पटना साहिब की धरती ते हजूर का प्रकाश होया। साध संगत जी भाई नत्था जी गुरु घर के सिख होए ने, बड़े प्यार वाले, पर सुभाव सी कि मुख तो जे किसी ने कोई बोल बोलना बड़ा कड़वा कड़वा बोल बोलना, भाव सुनने वाला जिहड़ा सी हैरान है रह जाता सी। ते कई बार मुख तो साध संगत जी गालां भी कढ़ देनियां। ते जिहड़ी संगत सी ना बड़ी तंग सी, ते इन्हां ने धन गुरु तेग बहादुर साहिब महाराज जी दे कोल सिखां ने बेनती की, महाराज भाई नत्था तुहाडे चरणों का सिख है, सिखी धारण की है, साबत सूरत भी है, पर महाराज वो गालां बड़ियां कढ़दा। अंतरजामी महाराज कहण लगे साडे कोल लैके आओ, पर इह दीवान दे विच लिआंदा। ते फिर आ करके जदों नमस्कार की ते सतगुरु जी ने पुछिया, कहण लगे कि भाई नत्था जी की गल है, ये संगत है, सिख हन लोग बड़ा तुहाडे तो मन के अंदर धारण करी बैठे है कि तुसीं गालां कढ़दे अजोग लफ्ज़ बोलदे हो। तो फिर संगत दे विच ही कह दिता महाराज, कहण लगे महाराज भाई नत्था जी कहंदे, हे सतगुरु जी इन्हां दे बुद्धि रूप रोड़े कोल कुछ भी नहीं, खाली है। महाराज बुद्ध करके खाली है, बेसमझ है, मैं गालां कदों इन्हां नूं कढ़दा। जदों इदां दे वचन कीते तो महाराज मुस्करा पे, कहण लगे कि साडा ये साध सिख है, साध सिख इहदे मन के अंदर कुछ नहीं है, अंदरों सच्चा प्यार इसने धारण किया, इहदा गुस्सा ना करिया कर। सतगुरु तेग बहादुर साहिब महाराज जी ने कहा। और दसम पिता धन गुरु गोबिंद सिंह साहिब महाराज जी के जीवन की एक बड़ी प्यारी साखी है। आनंदपुर साहिब की पावन धरती ते हजूर के चरणों में एक माता ने आना, तो साध संगत जी गरीब नवाज सतगुरु जी के चरणों में आ करके बेनती की, महाराज भंगाणी के युद्ध के सतगुरु जी मेरे 4 पुत्र शहीद होए है,
ਮੈਂ ਬੜੀ ਭਾਗਾਂ ਵਾਲੀ ਆਪਣੇ ਆਪ ਨੂੰ ਸਮਝਦੀ ਹਾਂ ਕਿ 4 ਦੇ 4 ਪੁੱਤਰ ਹੀ ਮੇਰੇ ਮੈਦਾਨੇ ਜੰਗ ਦੇ ਵੀ ਸ਼ਹਾਦਤ ਦਾ ਜਾਮ ਪੀ ਗਏ ਨੇ। ਹੇ ਗਰੀਬ ਨਵਾਜ, ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਬੜੇ ਭਾਗਾਂ ਵਾਲੀ ਆਪਣੇ ਆਪ ਨੂੰ ਸਮਝਦੀ ਹਾਂ। ਨਾਲੇ ਨੇਤਰਾਂ ਵਿੱਚ ਵੈਰਾਗ ਪੈਦਾ ਹੋ ਗਿਆ। ਪਿਆਰ ਦੇ ਨਾਲ ਇਹ ਬਚਨ ਕਰ ਰਹੀ ਸੀ ਬਜ਼ੁਰਗ ਮਾਤਾ, ਤੇ ਫਿਰ ਕਰਦਿਆਂ ਕਹਿਣ ਲੱਗੀ, ਮਹਾਰਾਜ ਤੁਸੀਂ ਦੀਨ ਮੈਂ ਦਇਆਲ, ਤੁਸੀਂ ਪਤਿਤ ਮੈਂ ਪਾਵਨ। ਇਹ ਉਲਟਾ ਬਚਨ ਬੋਲਣ ਲੱਗ ਪਈ। ਕਹਿਣਾ ਤਾਂ ਇਹ ਸੀਗਾ ਕਿ ਮਹਾਰਾਜ ਮੈਂ ਦੀਨ ਤੇ ਤੁਸੀਂ ਦਇਆਲ ਹੋ, ਮੈਂ ਪਤਿਤ ਪਾਪੀ ਹੈ ਤੇ ਤੁਸੀਂ ਤਾੜਨਾ ਕਰਨ ਲੱਗੇ ਮਾਤਾ ਹੀ ਹੈ। ਦੀਵਾਨ ਸਜਿਆ ਸੰਗਤ ਦੇ ਵਿੱਚ ਮਹਾਰਾਜ ਜੀ ਦੀ ਨਿਰਾਦਰ ਦੇ ਬਚਨ ਤੁਸੀਂ ਬੋਲ ਰਹੇ ਹੋ। ਐਸਾ ਨਾ ਬੋਲੋ, ਤੁਸੀਂ ਕਹੋ ਕਿ ਮਹਾਰਾਜ ਮੈਂ ਦੀਨ ਤੁਸੀਂ ਦਇਆਲ ਹੋ, ਮੈਂ ਪਤਿਤ ਤੁਸੀਂ ਪਾਵਨ ਹੋ। ਮਹਾਰਾਜ ਤੁਸੀਂ ਇਹੋ ਇੱਦਾਂ ਸਨਮੁਖ ਹੋ ਕਰਕੇ ਬਚਨ ਕਰ। ਤੇ ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਮੁਸਕਰਾ ਕੇ ਭਾਈ ਦਇਆ ਸਿੰਘ ਜੀ ਨੂੰ ਵਰਜਿਆ ਸੀ। ਕਹਿੰਦੇ ਨਾ ਭਾਈ ਦਇਆ ਸਿੰਘ ਜੀ, ਇਹ ਮਾਤਾ ਦੇ ਅੰਦਰ ਦਾ ਪਿਆਰ ਹੈ। ਅੰਦਰੋਂ ਭਾਵੇਂ ਸਹੀ ਬੋਲ ਰਹੀ ਹੈ ਕਿ ਮਹਾਰਾਜ ਤੁਸੀਂ ਮੈਂ ਦੀਨ ਤੇ ਤੁਸੀਂ ਦਇਆਲ ਹੋ, ਮੈਂ ਪੱਧਰ ਤੇ ਤੁਸੀਂ ਪਾਵਨ ਹੋ, ਪਰ ਰਸਨਾ ਤੋਂ ਉਲਟੇ ਬੋਲ ਜਿਹੜੇ ਨਿਕਲਦੇ ਪਏ ਹੈ, ਇਹਦੇ ਵੱਸ ਦੀ ਗੱਲ ਨਹੀਂ ਹੈ। ਪਿਆਰ ਦੇ ਵਿੱਚ ਨੇਤਰਾਂ ਵਿੱਚੋਂ ਹੰਝੂ ਵਗ ਰਹੇ ਵੈਰਾਗ ਵਿੱਚ ਆ ਕਰਕੇ ਐਸੇ ਬਚਨ ਬੋਲ ਰਹੀ ਹੈ, ਪਰ ਇਹਨੂੰ ਸਮਝ ਨਹੀਂ ਹੈ। ਹਿਰਦੇ ਦਾ ਪਿਆਰ ਤਾਂ ਸੱਚਾ ਹੀ ਹੈ ਨਾ। ਇਹੋ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਨ, ਜੇ ਬਾਹਰ ਰਹੋ ਭੁੱਲ ਚੁੱਕ ਬੋਲਦੇ, ਭੀ ਖਰੇ ਹਰ ਭਾਣੇ। ਜਿਹੜੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿੰਦੇ ਆ ਨਾ, 4 ਪੁੱਤ ਸ਼ਹੀਦ ਕਰਾ ਕੇ ਵੀ ਸਾਧ ਸੰਗਤ ਜੀ ਮਹਾਰਾਜ ਨੂੰ ਆਖ ਕਰਕੇ ਮਾਤਾ ਆਖ ਰਹੀ ਹੈ, ਮਹਾਰਾਜ ਮੈਂ ਧੰਨ ਭਾਗ ਆਪਣੇ ਸਮਝਦੀ ਹਾਂ। 4 ਦੇ 4 ਪੁੱਤਰ ਹੀ ਮੇਰੇ ਸ਼ਹਾਦਤ ਦਾ ਜਾਮ ਪੀ ਗਏ ਹੈ। ਰੱਬ ਦੇ ਭਾਣੇ ਵਿੱਚ ਰਜ਼ਾ ਵਿੱਚ ਰਾਜ਼ੀ ਹੋ ਕਰਕੇ ਜੀਵਨ ਜਿਹੜਾ ਨਿਰਵਾਹ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਮੁਖ ਤੋਂ ਕੋਈ ਬੋਲ ਵਿਅਸਤ ਨਿਕਲ ਵੀ ਜਾਂਦਾ ਹੈ, ਫਿਰ ਵੀ ਉਹ ਪਰਮਾਤਮਾ ਦੀ ਨਜ਼ਰਾਂ ਵਿੱਚ ਖਰੇ ਗਿਣੇ ਜਾਂਦੇ ਕਿ ਸੱਚੇ ਹੈ। ਲੋਕਾਂ ਨੂੰ ਭਾਵੇਂ ਨਾ ਪਤਾ ਲੱਗੇ ਕਿ ਉਲਟਾ ਬੋਲ ਰਹੇ ਹੈ, ਪਰ ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਮਹਾਰਾਜ ਕਹਿੰਦੇ ਉਹ ਖਰੇ ਜਾਣੇ ਜਾਂਦੇ ਹਨ। ਹਰ ਸੰਤਾਨ ਹੋਰ ਥਾਵ ਨਹੀਂ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਜੋ ਸਤਿਪੁਰਸ਼ ਹਨ, ਸ਼ਾਂਤ ਚਿੱਤ ਸੁਭਾਅ ਵਾਲੇ, ਨਾਮ ਜਪਣ ਦੇ ਅਭਿਆਸੀ ਸਤਿਪੁਰਸ਼ ਹਨ, ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਥਾਂ ਦਿਸਦੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਤੋਂ ਬਿਨਾਂ ਸਭ ਥਾਵਾਂ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਸੰਤਾਂ ਨੂੰ ਹੋਰ ਥਾਉ ਨਾਹੀ। ਅਥਵਾ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਦੂਜਾ ਉਹਨਾਂ ਨੂੰ ਥਾਂ ਦਿਸਦਾ ਹੀ ਨਹੀਂ ਹੈ। ਇੱਕ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਉਹ ਸੰਸਾਰ ਦੇ ਅੰਦਰ ਆਸਦਾ ਤੱਕਦੇ ਨਹੀਂ। ਦੂਜੀ ਥਾਂ ਤੇ ਜਾ ਕੇ ਨੱਕ ਨਹੀਂ ਰਗੜਦੇ, ਗੋਡੇ ਨਹੀਂ ਟੇਕਦੇ ਕਿ ਸਾਡੇ ਮਨ ਦੀ ਮੁਰਾਦ ਪੂਰੀ ਕਰ ਦਿਓ, ਇਵੇਂ ਕਰ ਦੇਵੋ। ਜਿਵੇਂ ਅਸੀਂ ਕਲਯੁਗੀ ਜੀਵ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਠੋਕਰਾਂ ਖਾਂਦੇ ਰਹਿੰਦੇ ਆ ਨਾ, ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਤੱਕਦੇ ਹੈ। ਕੇਵਲ ਵਾਹਿਗੁਰੂ ਜੀ ਦੇ ਚਰਨਾਂ ਦਾ ਹੀ ਆਸਰਾ ਹਰ ਸਮੇਂ ਬਣਾ ਕੇ ਹਿਰਦੇ ਅੰਦਰ ਧਾਰਨ ਕਰਕੇ ਰੱਖਦੇ ਹੈ। ਹਰ ਸੰਤਾਂ ਨੂੰ ਹੋਰ ਥਾਉ ਨਾਹੀ, ਹੋਰ ਕੋਈ ਨਹੀਂ ਉਹ ਥਾਂ ਤੇ ਜਾ ਕਰਕੇ ਅਰਦਾਸਾਂ ਕਰਦੇ, ਕੇਵਲ ਮਹਾਰਾਜ ਦੀ ਸਨਮੁਖ ਹੋ ਕਰਕੇ ਹੀ ਹਰ ਸਮੇਂ ਝੁਕਦੇ ਹਨ। ਹਰ ਮਾਣ ਨਿਮਾਣੇ। ਇਹ ਮਨ ਵਿੱਚ ਭਰੋਸਾ ਬਣਾ ਕਰਕੇ ਮਹਾਰਾਜ ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰਨ ਵਾਲੇ ਹੋ, ਤੁਸੀਂ ਨਿਤਾਣਿਆਂ ਨੂੰ ਤਾਣ ਦੇਣ ਵਾਲੇ ਹੋ, ਨਿਓਟਿਆਂ ਨੂੰ ਓਟ ਦੇਣ ਵਾਲੇ ਹੋ, ਨੇ ਆਸਰਿਆਂ ਨੂੰ ਆਸਰਾ ਬਖਸ਼ਿਸ਼ ਕਰਨ ਵਾਲੇ ਹੋ। ਹਰ ਨਿਮਾਣਿਆਂ ਮਾਣ ਦਿਵਾਏ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਹੈ ਨਾ, ਹਰ ਜੀਓ ਨਿਮਾਣਿਆਂ ਤੋਂ ਮਾਣ, ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਮਹਾਰਾਜ ਆਪ ਜੀ ਦੀ ਸ਼ਕਤੀ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਦਿੰਦੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸਿਮੁਖ ਵਾਕ ਪੜ੍ਹਦੇ ਹਾਂ, ਸਾਨੂੰ ਸਭ ਨੂੰ ਯਾਦ ਹੋਵੇਗਾ। ਆਪਸ ਕਉ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ ਨਾ, ਉੱਚੇ ਰੁਤਬੇ ਤੇ ਬੈਠਾ ਹੋਇਆ ਵੀ ਨਿਮਰਤਾ ਹੀ ਧਾਰਨ ਕਰਕੇ ਰੱਖਦਾ ਹੈ, ਮਹਾਰਾਜ ਕਹਿੰਦੇ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ। ਭਾਵੇਂ ਨਿਮਰਤਾਵਾਨ ਬੜਾ ਸਾਦਗੀ ਵਾਲਾ ਜੀਵਨ ਨਿਰਵਾਹ ਕਰ ਰਿਹਾ ਹੋਵੇ,
ਬੜੇ ਸਾਦਗੀ ਸਹਿਤ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ, ਪਰ ਪਰਮਾਤਮਾ ਦੀ ਦ੍ਰਿਸ਼ਟੀ ਦੇ ਵਿੱਚ ਉੱਚਾ ਹੀ ਗਿਣਿਆ ਜਾਂਦਾ ਹੈ। ਭਾਵੇਂ ਨੀਵੀਂ ਜਾਤ ਦੀ ਵੀ ਜਨਮ ਹੋਵੇ, ਮਹਾਰਾਜ ਕਹਿੰਦੇ ਸੰਸਾਰ ਦੇ ਲੋਕ ਭਾਵੇਂ ਦੁਰਕਾਰ ਦੇ ਥੁੱਕ ਕਰਕੇ ਲੰਘਦੇ ਹੋਣ, ਪਰ ਪਰਮਾਤਮਾ ਨੂੰ ਉੱਚਾ ਇੰਨਾ ਉੱਚਾ ਬਣਾ ਦਿੰਦਾ, ਉਹਦੀ ਕੋਈ ਬਰਾਬਰਤਾ ਹੀ ਨਹੀਂ ਕਰ ਸਕਦਾ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਸਭ ਥਾਵਾਂ ਤੇ ਮੰਨਣ ਯੋਗ, ਪੂਜਣੇ ਯੋਗ ਹੋ ਜਾਂਦਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਮਹਾਰਾਜ ਕਹਿੰਦੇ ਐਸਾ ਸੀਸ ਤੇ ਜਸ ਰੂਪੀ ਛਤਰ ਝੁਲਾ ਰਹਿੰਦਾ, ਜਿਹੜਾ ਰਹਿੰਦੀ ਦੁਨੀਆ ਤੱਕ ਉਹ ਝੁਲਦਾ ਰਹਿੰਦਾ। ਕੋਈ ਉਹਨੂੰ ਹਟਾ ਨਹੀਂ ਸਕਦਾ, ਕੋਈ ਉਹਦੇ ਵਿੱਚ ਰੁਕਾਵਟ ਨਹੀਂ ਪਾ ਸਕਦਾ। ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, हे परमात्मा हर संतां नो होर थाओ नाही, हर माण निमाणे। महाराज आप कृपा करके निमाणियां नूं माण बख्शिश करन वाले हो। जन नानक नाम दीवान है। धन श्री गुरु रामदास साहिब महाराज समाप्ति दीआं पंक्तियां विच उचारण कर रहे ने, जिन्हां नूं महाराज आपने अपने नाम दा दीवान आसरा बख्शिया है। जन नानक नाम दी बाण है, जिन्हां नूं नाम दा परवाना, नाम दा आसरा मन बाणी शरीर करके बख्शिया है। हर ताण सताणे, उन्हां नूं हरि परमात्मा दा ताण बल प्राप्त होया है। सताणे ते ताण दे बल दे सहित हो गए है। मन बाणी शरीर करके जिन्हां नूं परमात्मा ने नाम दा आसरा दिता है। हजूर कहते हैं आत्मा करके, तन करके, मन करके परमेश्वर ने उन्होंने बलवान बना दिता है, तिन्हां नूं आत्मिक बल बख्शिश किया है, जिन्हां ने सतगुरु जी के चरणों का आसरा लिया। पर फिर भी वो बंदगी करने वाले सतपुरुष अजर शक्ति नूं जर करके रखते हैं। बल भावें इन्ना आत्मिक परमात्मा ने बख्शिया हुंदा है, खिन मात्र समय भी जो चाहण कर सकते हैं, इन्नी समर्था कोल हुंदी है। पर फिर भी परमात्मा के भाणे विच लत नहीं मारते, रब दे कीते हुए ते कदे शिकवा नहीं करते, परमात्मा की रजा विच राजी रहते हैं, परमात्मा के भाणे नूं सत करके मनते हैं। भूत भविष्य वर्तमान तिन्हां समयां दी ज्ञात प्राप्त हो जाती है, भावें आत्मिक बल करके। सब कुछ जानते हुए भी सत संगत जी वो बंदगी करने वाले ब्रह्म बेते अजर शक्ति नूं जर करके रखते हैं, ज़ाहिर नहीं कदाचित भी करते, परमात्मा दे कदे शरीक नहीं बनना करते। वाहिगुरू जिन्हां नूं अपने चरणों का आसरा बख्शिश कर देंदा है। सतगुरु जी रहमत करन, पावन उपदेश साडे हिरदियां विच वस जावे, गुरु बचनां दी कमाई करके जीवन सफला बना सकीए। इतना ही समा हाज़री प्रवान करनी, गुरबाणी दी विचार करदियां तो होईयां बेअंत भुल्लां दी खिमा। धन श्री गुरु ग्रंथ साहिब जी महाराज आप संगत बख्शणहार हो। अगाह वास्ते असीस प्यार बख्शिश करना जी। देहो सज्जन असीसड़िया, ज्यों होवै साहिब स्यो मेल। हर संतान होर थाउ नाही, हर मान निमाणे। जन नानक नाम दीवान है, हर ताण सताणे। वाहिगुरु जी का खालसा, वाहिगुरु जी की फतेह।